आसा महला पहला गुड़ कर ज्ञान ध्यान कर धावै। कहन लगा महाराज साडे तां है वाजे खुल जाते जो प्याला पी लीए तो गुरु महाराज साहब के पास इन प्याला लिया के गोरखनाथ ने कहा सी लिया गुरु नानक के अगे प्याला रख पी के मस्त हो जान अनहद की धुन खुल जाए। महाराज अगे भरती प्याला लिया के रखिया सी। महाराज कह सिद्धो हम मद के माते नहीं असी शराब पीने वाले योगी नहीं हाँ। ਜਿਹੜੇ शराब पीने वाले ਕਿਹੜੇ ਮਸਤਾਨਿਆਂ ਵਿੱਚ ਹੈ ਉਹ ਮਸਤੀਆਂ ਦੇ ਵਿੱਚ ਨਹੀਂ ਜਾਣੇ ਜਾਂਦੇ। ਅਸੀਂ ਤਾਂ ਗਿਆਨ ਦੀ ਸ਼ਰਾਬ ਪੀਨੇ ਆ। ਤੁਸੀਂ ਮਹਾਰਾਜ ਕਿਵੇਂ ਗਿਆਨ ਦੀ ਸ਼ਰਾਬ ਕੱਢੀ ਹੈ ਤਾਂ ਮਹਾਰਾਜ ਦੱਸਦੇ ਹਨ। आसा महला पहला गुड़ कर ज्ञान ध्यान कर धावै। ਕਹਿੰਦੇ ਜਿਹੜਾ ਗੁਰੂ ਸਾਹਿਬ ਦਾ ਗਿਆਨ ਹੈ ਗੁੜ ਪਾਉਣਾ ਕਰੀਏ ध्यान कर धावै। ਜਿਹੜਾ ਪਰਮੇਸ਼ਰ ਦਾ ਧਿਆਨ ਕਰਨਾ ਧਾਵਿਆਂ ਦੇ ਫੁੱਲ ਪਾਉਂਦੇ ਹੁੰਦੇ ਸ਼ਰਾਬ ਚੰਗੀ ਕੱਢਣ ਵਾਸਤੇ। ਕਹਿੰਦੇ ਪਰਮੇਸ਼ਰ ਦਾ ਜਿਹੜਾ ਧਿਆਨ ਹੈ ਧਾਵਿਆਂ ਦੇ ਫੁੱਲ ਹਨ। ਕਈ ਮੂਹੇ ਦੀ ਕਈ ਧਾਵਿਆਂ ਦੇ ਫੁੱਲ ਆਦਿਕ ਪਾਉਂਦੇ ਐ। कर करनी कस पाई है। ਅਤੇ ਜਿਹੜੀ ਕਰਨੀ ਭਗਤੀ ਕਰਨੀ ਹੈ ਇਹ ਕਸ ਸੱਕ ਵਿੱਚ ਪਾਉਣਾ ਕਰੀਏ। पाठी भवन प्रेम का पूचा। ਪਾਠੀ ਭਵਨ ਸਾਰਾ ਸੰਸਾਰ ਜਿਹੜਾ ਮਿੱਥਿਆ ਜਾਣਨਾ ਹੈ ਇਹ 14 ਲੋਕ ਇੱਕ ਭੱਠੀ ਹੈ। ਨਾਸਵੰਤ ਸੰਸਾਰ ਨੂੰ ਸਮਝਣਾ। ਸੰਸਾਰ ਰੂਪੀ ਭਵਨ ਜਿਹੜਾ ਇਹ ਭੱਠੀ ਮੰਨੀ ਇਹਦੀ ਭਾਵਨਾ ਕੀਤੀ ਹੈ। प्रेम का पूचा। ਜਿਹੜਾ ਸਾਰਿਆਂ ਚ ਪਰਮੇਸ਼ਰ ਦੀ ਜੋਤ ਜਾਣ ਕੇ ਪ੍ਰੇਮ ਕਰਨਾ ਕਿਸੇ ਮੰਦਾ ਆਸ ਨਾ ਚੱਲੇ। ਇਹ ਅਸੀਂ ਪ੍ਰੇਮ ਦਾ ਪੋਚਾ ਗਿੱਲੀ ਨਹੀਂ ਫੇਰਦੇ ਹੁੰਦੇ ਆ ਭਾਵ ਕੱਢਣ ਵਾਸਤੇ। ਇਹ ਪ੍ਰੇਮ ਦਾ ਪੋਚਾ ਦਿੰਦੇ ਹਾਂ। इत रस अम्यो चुआई है। ਇਹ ਤਾਂ ਇਸ ਤਰੀਕੇ ਨਾਲ ਅਮਿਓ ਰਸ ਚੁਆਈ ਹੈ। ਇਹ ਬ੍ਰਹਮਾਨੰਦ ਰੂਪੀ ਅੰਮ੍ਰਿਤ ਰਸ ਚੁਆਇਆ ਹੁੰਦਾ ਹੈ। ਤੁਹਾਡੇ ਤਾਂ ਸ਼ਰਾਬ ਚੁੰਦੀ ਹੈ ਜਿਹੜੀ ਤੁਹਾਨੂੰ ਤੋਂ ਭ੍ਰਿਸ਼ਟ ਕਰਨ ਵਾਲੀ ਹੈ ਤੇ ਇਸ ਰਸ ਕਰਕੇ ਅੰਮ੍ਰਿਤ ਰਸ ਚੁੰਦਾ ਹੈ। ਇਸ ਤਰੀਕੇ ਦੇ ਨਾਲ ਇਹ ਬ੍ਰਹਮਾਨੰਦ ਜੋਗਾਨੰਦ ਬ੍ਰਹਮਾਨੰਦ ਚੁੰਦਾ ਹੈ। बाबा मनमत वारू नाम रस पीवै। ਬਾਬਾ ਹੈ ਭਰਤਰੀ ਜੋਗੀ ਬਾਬਾ ਹੈ ਪਿਆਰੇ ਮਨਮਤ ਵਾਰੋ ਮਨ ਮਸਤਾਨਾ ਹੋ ਜਾਂਦਾ ਹੈ। ਨਾਮ ਰਸ ਨੂੰ ਪੀਂਦਾ ਪੀਂਦਾ ਅਕਲ ਵਾਲਾ ਬਣ ਜਾਂਦਾ ਹੈ। ਸਰੂਪ ਦੀ ਪ੍ਰਾਪਤੀ ਵਾਲੀ ਆਤਮ ਵਿਸ਼ੇਣੀ ਮਤ ਵਾਲਾ ਬਣ ਜਾਂਦਾ ਹੈ। ਤੂੰ ਸਾਡੇ ਮਤ ਕਵਲੀ ਹੋ ਜਾਂਦੀ ਬੁੱਧ ਜਿਹੜੀ ਹੈ। सहज रंग रच रस रहया। ਸਹਿਜ ਸਰੂਪ ਦੇ ਰੰਗ ਆਨੰਦ ਵਿੱਚ ਰਚਿਆ ਰਹਿੰਦਾ ਹਰ ਵਕਤ। अहनस बन्नी प्रेम लिव लागी। ਅਸੀਂ ਤਾਂ ਮਹਾਰਾਜ ਵਿੱਚ ਰੰਗ ਦੀ ਪੋਟਲੀ ਸਿੱਧਣ ਹੁੰਦੇ ਆ। ਜਦੋਂ ਕਦੇ ਸੰਧੂਰੀ ਸ਼ਰਾਬ ਕੱਢਣੀ ਹੋਵੇ ਜਾਂ ਹਰੇ ਰੰਗ ਦੀ ਸ਼ਰਾਬ ਕੱਢਣੀ ਹੋਵੇ ਤਾਂ ਮਹਾਰਾਜ ਕਹਿੰਦੇ ਲੈ ਬੰਨੀ ਤੋਂ ਵੀ ਖਾਲੀ ਨਹੀਂ ਰਹਿਣ ਦਿੰਦੇ। ਸੁਣੋ अहनस बन्नी प्रेम लिव लागी। ਰਾਤ ਦਿਨ ਜਿਹੜੀ ਪ੍ਰੇਮ ਨਾਲ ਵਾਹਿ ਵਿੱਚ ਲਿਵ ਲੱਗੀ ਇਹ ਬੰਨੀ ਹੈ। ਇਹ ਬੰਨੀ ਰੰਗ ਚਾੜਿਆ ਰੰਗ ਦੀ ਪੋਟਲੀ ਹੈ ਸਾਡੀ। ਬਨੀ ਚੋਂ ਬੰਨੀ ਅਰਥ ਕਰਨਾ शब्द अनाहद गहया। ਪਾਠ ਬਣੀ ਹੈ। ਹਾਂਜੀ अहनस बन्नी प्रेम लिव लागी। ਪ੍ਰੇਮ ਨਾਲ ਜਿਹੜੀ ਲਿਵ ਲੱਗੀ ਰਾਤ ਦਿਨੇ ਇਹ ਬੰਨੀ ਪੋਟਲੀ ਹੈ ਰੰਗ ਦੀ ਵਿੱਚ ਸੰਧੂਰੀ। शब्द अनाहद गहया। ਅਤੇ ਸ਼ਬਦ ਤੁਸੀਂ ਧੁਨ ਧੁਨ ਸੁਣਦੇ ਹੋ। ਇੱਧਰ ਕਹਿੰਦੇ ਅਨਾਹਦ ਹੱਦ ਤੋਂ ਰਹਿ ਜੋ ਸ਼ਬਦ ਬ੍ਰਹਮ ਹੈ ਉਸ ਨੂੰ ਜਿਹੜਾ ਗ੍ਰਹਿਣ ਕੀਤਾ ਇਹੋ ਹੀ ਅਨਾਹਦ ਸ਼ਬਦ ਹੈ ਸਾਡਾ ਗ੍ਰਹਿਣ ਕੀਤਾ ਹੋਇਆ। रहाऊ पूरा साच प्याला सहजे। ਫਿਰ ਸਤਿਨਾਮ ਦਾ ਪਿਆਲਾ ਭਰਿਆ ਹੋਇਆ ਸਵਾਸਾਂ ਰੂਪੀ ਸਹਿਜੇ ਹੀ। जिसे पियाए जाको नजर करे। ਜਿਨ੍ਹਾਂ ਤੇ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਦ੍ਰਿਸ਼ਟੀ ਕਰਦੇ ਹੈ ਭਰਤਰੀ ਜੋਗੀ ਉਹਨੂੰ ਸਤਿਗੁਰੂ ਇਹ ਨਾਮ ਰਸ ਦੀ ਬ੍ਰਹਮਾਨੰਦ ਦੀ ਸੁਰਾ ਪਿਆਉਂਦੇ ਹਨ। अमृत का व्यापारी ਇਹ होवे। ਜੋਗੀ ਜਿਹੜਾ ਅੰਮ੍ਰਿਤ ਮਹਾਰਾਜ ਦਾ ਛਕਣ ਵਾਲਾ ਹੋਵੇ ਅੰਮ੍ਰਿਤ ਨਾਮ ਦਾ ਵਪਾਰੀ ਬਣ ਜਾਵੇ। क्या मद छूछै भाव धरे। ਉਹ ਕੀ ਕੁਛ ਸ਼ਰਾਬਾਂ 'ਚ ਪ੍ਰੇਮ ਧਾਰਦਾ ਫਿਰੂਗਾ। ਕਦੇ ਅੰਮ੍ਰਿਤਧਾਰੀ ਸਿੱਖ ਸ਼ਰਾਬ ਨਾ ਪੀਵੇਗਾ ਜਿਨ ਅੰਮ੍ਰਿਤ ਦੀ ਰਹਿਤ ਰੱਖਣੀ ਹੈ। ਇਹ ਸਿੱਧਾਂ ਨੂੰ ਮਹਾਰਾਜ ਜਵਾਬ ਦੇ ਰਹੇ ਹੈ ਕੀ ਤੁਛ ਤੁਹਾਡੇ ਵਰਗੀਆਂ ਸ਼ਰਾਬਾਂ ਵਿੱਚ ਪ੍ਰੇਮ ਧਾਰੂ ਕਦੇ ਨਹੀਂ ਧਾਰੇਗਾ। ਵਾਹਿਗੁਰੂ ਦੇ ਨਾਮ ਰਸ 'ਚ ਲੀਨ ਰਹੇਗਾ। गुर की साखी अमृत बाणी। ਜਿਨ੍ਹਾਂ ਨੂੰ ਗੁਰੂ ਸਾਹਿਬ ਦੀ ਸਿੱਖਿਆ ਪ੍ਰਾਪਤ ਹੋਈ ਹੈ ਇਹ ਅੰਮ੍ਰਿਤ ਰੂਪ ਬਾਣੀ ਉਗਾਹ ਹੈ ਇਸ ਗੱਲ ਦੀ। जीवत ही परवान ਉਹ पया। ਤਾਂ ਕਿਵੇਂ ਸਾਰੇ ਇਸ ਨਾਮ ਰਸ ਨੂੰ ਪ੍ਰਮਾਣ ਵਿੱਚ ਸਫਲਾ ਹੋ ਗਿਆ ਹੈ। दर दर्शन का प्रीतम ਇਹ होवे। ਭਾਈ ਜੀ ਨੂੰ ਹਿਰਦੇ ਦੇ ਅੰਦਰ ਦਰਸ਼ਨ ਵਾਹਿਗੁਰੂ ਦੇ ਦਰਸ਼ਨ ਸਾਰ ਦੇ ਅੰਦਰ
ਸਾਧ ਸੰਗਤ ਦੇ ਅੰਦਰ ਦਰਸ਼ਨ ਅੰਦਰ ਜਿਸ ਨੂੰ ਵਾਹਿਗੁਰੂ ਦੇ ਦਰਸ਼ਨਾਂ ਦਾ ਪਿਆਰਾ ਹੋ ਜਾਵੇ। ਮੁਕਤ ਬੈਕੁੰਠੈ ਕਰੈ ਕਿਆ। ਇਹ ਜੋਗੀਓ ਨੇ ਮੁਕਤੀਆਂ ਤੇ ਬਕੁੰਠਾਂ ਦਾ ਕੀ ਕਰਨਾ? ਮੁਕਤੀਆਂ ਜਿਹੜੀਆਂ ਬਕੁੰਠੀਆਂ ਮੁਕਤੀਆਂ ਸ਼ਲੋਕ ਸਮੀਪ ਸਰੂਪ ਸੁਜੁਜ ਉਹਨਾਂ ਨੂੰ ਕੀ ਕਰਨਾ? ਉਹਨਾਂ ਨੇ ਲੋੜ ਨਹੀਂ ਹੈਗੀ। ਮੁਕਤ ਬਪੜੀ ਵੀ ਗਿਆਨੀ ਤਿਆਗੇ ਕਈ ਬਕੁੰਠ ਨਹੀਂ ਲਵੇ ਲਾਗੇ। ਐਸਾ ਆਨੰਦ ਸਖਿਆਤ ਹੈ ਉਹਨਾਂ ਨੂੰ। ਮੁਕਤ ਪਰੋਖ ਹੁੰਦੀ ਹੈ ਜਦੋਂ ਮਰ ਕੇ ਜਾਊ ਕਿਤੇ ਵੇਖੂ ਉਹਨਾਂ ਨੂੰ ਜਿਉਂਦਿਆਂ ਨੂੰ ਆਨੰਦ। ਇਸ ਕਰਕੇ ਹੁਣ ਕੀ ਕਰਨਾ ਮੁਕਤੀਆਂ ਬਕੁੰਠਾਂ ਨੂੰ? ਸਿਫਤੀ ਰਤਾ ਸਦ ਬੈਰਾਗੀ। ਜੋ ਪਰਮੇਸ਼ਰ ਦੀ ਸਿਫਤ ਰਤਾ ਹੋਇਆ ਉਹਨੂੰ ਸ਼ਰਾਬ ਪੀਣ ਦੀ ਲੋੜ ਨਹੀਂ। ਉਹ ਸਦਾ ਵਾਹਿਗੁਰੂ ਦੇ ਵਿਰਾਗ ਵਿੱਚ ਵਿਰਾਗਮਾਨ ਹੈ। ਜੂਐ ਜਨਮ ਨਾ ਹਾਰੈ। ਉਹ ਵਿਸ਼ਿਆਂ ਚ ਲਾ ਕੇ ਹੈ ਜੋਗੀਓ ਜਿਵੇਂ ਤੁਹਾਡਾ ਮਸ਼ਿੰਦਰ ਨਾਥ ਸੰਗਲਾਦੀਪ ਦੇ ਰਾਜੇ ਮੁਰਗੇ ਦੀ ਦੇਹ ਜਾਵੜਿਆ ਸੀ ਪਦਮਣੀ ਦੇ ਲਾਲ ਤੇ ਇਉਂ ਵਿਸ਼ਿਆਂ ਰੂਪੀ ਜੂਏ ਚ ਆਪਦੇ ਜਨਮ ਨੂੰ ਉਹ ਹਾਰਦੇ ਉਹ ਜਿੱਤ ਕੇ ਜਾਂਦੇ ਹਨ। ਕਹੋ ਨਾਨਕ ਸੁਣ ਭਰਥਰ ਜੋਗੀ। ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਹੈ ਭਰਥਰੀ ਜੋਗੀ ਸੁਣ ਹਿਰਦੇ ਰੂਪੀ ਥਲ ਥਾਂ ਨੂੰ ਭਰ ਲੈ ਨਾਮ ਦੁਆਰਾ। ਸ਼ੀਵਾ ਅੰਮ੍ਰਿਤ ਧਾਰੈ। ਇਸ ਪ੍ਰਕਾਰ ਅੰਮ੍ਰਿਤ ਬ੍ਰਹਮਾਨੰਦ ਦੀ ਧਾਰ ਜੋ ਬ੍ਰਹਮਾਕਾਰ ਬਿਰਤੀ ਹੋਣੀ ਹੈ ਇਸ ਵਿੱਚ ਖੀਵਾ ਮਸਤ ਹੋਈਏ। ਐਸੀ ਸ਼ਰਾਬ ਬ੍ਰਹਮਾਨੰਦ ਦੇ ਦੇਣ ਵਾਲੀ ਪੀਂਦੇ ਅਸੀਂ ਇਹ ਦੂਸਰੀਆਂ ਸ਼ਰਾਬਾਂ ਦੋਸ਼ ਵਾਲੀਆਂ ਨਹੀਂ ਪੀਂਦੇ। ਆਸਾ ਮਹੱਲਾ ਪਹਿਲਾ ਖੁਰਾਸਾਨ ਖਸਮਾਨਾ ਕੀਆ। ਸਤਿਗੁਰੂ ਨਾਨਕ ਦੇਵ ਸਾਹਿਬ ਸੰਗਤ ਜੀ ਜਿਸ ਵਕਤ ਏਵਨਾਬਾਦ ਗਏ ਹੈ ਉੱਥੇ ਗੋਬਿੰਦ ਲੋਕ ਗੁਰੂ ਸਾਹਿਬ ਜੀ ਨੂੰ ਆ ਕੇ ਮਿਲੇ। ਉਹਨਾਂ ਨੇ ਪ੍ਰੇਮ ਦੇ ਨਾਲ ਚਰਚਾ ਕੀਤੀ। ਹਜ਼ੂਰ ਉਹਨਾਂ ਨੂੰ ਉੱਤਰ ਦਿੱਤੇ। ਨਾਭ ਕੌਲ ਤੇ ਬ੍ਰਹਮਾ ਉਪਜੇ ਵੇਦ ਪੜੇ ਮੁਖਕੰਠ ਸਵਾਰ ਤਾਂ ਕੋ ਅੰਤ ਨੂੰ ਜਾਈ ਲਖਣਾ ਆਪ ਜਾਤ ਰਹੇ ਕੁਮਾਰ। ਫਿਰ ਪ੍ਰੇਮ ਦੇ ਨਾਲ ਸਤਿਗੁਰਾਂ ਦੇ ਨਾਲ ਹੀ ਏਵਨਾਬਾਦ ਆ ਗਏ। ਇੱਥੇ ਸਤਿਗੁਰੂ ਜੀ ਜਾ ਕੇ ਬੈਠੇ। ਉਸ ਵੇਲੇ ਪਠਾਣਾਂ ਦੇ ਘਰਾਂ ਵਿੱਚ ਵਿਆਹ ਸੀ। ਸਾਰੀ ਦਿਹਾੜੀ ਮਹਾਰਾਜ ਬੈਠੇ ਰਹੇ। ਫਕੀਰ ਕੋ ਮਿਲਾ ਕੇ ਰੋਟੀ ਨਾ ਮਿਲੀ। ਮਹਾਰਾਜ ਕਹਿਣ ਲੱਗੇ ਭਾਈ ਮਰਦਾਨਿਆਂ ਐਂ ਕਰੋ ਆਉਂਦੇ ਹੋਏ ਭਾਈ ਲਾਲੋ ਨੂੰ ਵੀ ਸੱਦ ਲਿਆਓ। ਇਹ ਸੰਤੋ ਤੁਹਾਡਾ ਫਕੀਰਾਂ ਦਾ ਲਿਵਾਸ ਹੈ ਮੰਗ ਕੇ ਖਾ ਲਓ ਰੋਟੀ ਜੇ ਬੈਠਣ ਨਹੀਂ ਮਿਲਦੀ। ਇਹ ਸੁਣ ਕਰਕੇ ਦੋ ਸਾਧ ਚਲੇ ਗਏ ਨਾਲ ਮਰਦਾਨੇ ਦੇ ਤੇ ਪਠਾਣਾਂ ਦੇ ਘਰ ਵਿਆਹ ਸੀ। ਸਿੱਧਾ ਲੈਣ ਵਾਸਤੇ ਜਦੋਂ ਗਏ ਇੱਕ ਸ਼ਰਾਬੀ ਆਇਆ। ਉਸ ਨੇ ਆ ਕੇ ਗਾਲਾਂ ਕੱਢੀਆਂ ਤੇ ਮਰਦਾਨੇ ਨੂੰ ਧੱਕਾ ਦੇ ਕੇ ਚੁੱਟ ਸਿੱਟ ਦਿੱਤਾ। ਭਾਈ ਮਰਦਾਨੇ ਦੇ ਚੋਟ ਲੱਗੀ ਤੇ ਸਾਧ ਵੀ ਡਰ ਗਏ। ਉਸੇ ਵੇਲੇ ਭਾਈ ਲਾਲੋ ਨੂੰ ਬੁਲਾ ਕੇ ਆਉਂਦੇ ਹੋਏ ਆ ਗਏ। ਸਾਧਾਂ ਨੇ ਭਾਈ ਮਰਦਾਨੇ ਦੇ ਚੋਟ ਲੱਗੀ ਵਿਖਾਈ। ਉਸ ਵਕਤ ਗੁਰੂ ਮਹਾਰਾਜ ਸਾਹਿਬ ਜੀ ਨੇ ਜੈਸੇ ਮੈਂ ਆਵੇ ਖਸਮ ਕੀ ਬਾਣੀ ਤੈਸਰਾ ਕਰੀ ਗਿਆਨ ਵੇ ਲਾਲੋ ਇਹ ਸ਼ਬਦ ਉਚਾਰਿਆ 50 ਕੋਹ ਦੇ ਉੱਤੇ। ਉਸ ਵੇਲੇ ਬਾਬਰ ਬਾਦਸ਼ਾਹ ਸੀ। ਉਸ ਨੇ ਆ ਕੇ ਏਵਨਾਬਾਦ ਨੂੰ ਮਾਰਿਆ। ਏਵਨਾਬਾਦ ਨੂੰ ਜਦੋਂ ਮਾਰਨਾ ਕੀਤਾ ਸਾਰਿਆਂ ਲੋਕਾਂ ਨੂੰ ਕੈਦੀ ਬਣਾ ਕੇ ਪਕੜ ਲਿਆ। ਗੁਰੂ ਮਹਾਰਾਜ ਸਾਹਿਬ ਵੀ ਉੱਥੇ ਰੋੜੀ ਸਾਹਿਬ ਬੈਠੇ ਸਨ। ਉਸ ਜਗ੍ਹਾ ਤੋਂ ਇੱਕ ਮੁਗਲ ਨੇ ਸਤਿਗੁਰੂ ਮਹਾਰਾਜ ਸਾਹਿਬ ਨੂੰ ਉਠਾ ਕੇ ਸਿਰ ਤੇ ਬੋਝਾ ਦੇ ਦਿੱਤਾ। ਇੱਕ ਬਾਲੇ ਨੂੰ ਚੁਕਾਤਾ। ਮਹਾਰਾਜ ਦੇ ਸਵਾ ਗਿੱਠ ਬੋਝਾ ਉੱਚਾ ਹੀ ਰਿਹਾ ਸਿਰ ਤੇ ਨਾ ਟਿਕਿਆ। ਜ਼ੋਰ ਲਾ ਰਹੇ ਨਾਲੋਂ ਨਾਲੋਂ ਪੰਡਪੁਰੀ ਜਾਂਦੀ ਹੈ। ਭਾਈ ਮਰਦਾਨੇ ਨੂੰ ਅੜੀ ਵਾਲਾ ਘੋੜਾ ਫੜਾ ਦਿੱਤਾ। ਉਸ ਵੇਲੇ ਮਰਦਾਨਾ ਕਹਿਣ ਲੱਗਾ ਮਹਾਰਾਜ ਮੈਂ ਤਾਂ ਬੜਾ ਔਖਾ ਹੈ। ਮਹਾਰਾਜ ਕਹਿੰਦੇ ਛੱਡ ਦੇ ਮਰਦਾਨਾ ਘੋੜਾ ਮਗਰ ਆਪੇ ਤੁਰੇ ਆਓ। ਮਹਾਰਾਜ ਕਹਿੰਦੇ ਪਠਾਨ ਮਾਰਨਗੇ। ਸਤਿਗੁਰੂ ਜੀ ਕਹਿੰਦੇ ਤੂੰ ਛੱਡਤਾ ਸੀ। ਜੋ ਛੱਡਿਆ ਘੋੜਾ ਖੜਾ ਰਿਹਾ। ਰਵਾਬ ਮਰਦਾਨੇ ਨੂੰ ਬੁਝਾਇਆ। ਉਸ ਵੇਲੇ ਜਾਂਦੇ ਹੋਏ ਬਾਬਰ ਦੀ ਕੈਦ ਵੱਲ ਨੂੰ ਮਹਾਰਾਜ ਸਾਹਿਬ ਨੇ ਇਹ ਉਸ ਵੇਲੇ ਸ਼ਬਦ ਉਚਾਰਨ ਕੀਤਾ ਹੈ। ਆਸਾ ਮਹੱਲਾ ਪਹਿਲਾ ਖੁਰਾਸਾਨ ਖਸਮਾਨਾ ਕੀਆ। ਇਹ ਪਰਮੇਸ਼ਰ ਖੁਰਾਸਾਨ ਕਾਬਲ ਕੰਧਾਰ ਦੇ ਇਲਾਕੇ ਵਿੱਚ ਖੁਰਾਸਾਨ ਇਲਾਕਾ ਹੈ ਜਿਵੇਂ ਮਾਲਵਾ ਮਾਝਾ ਆਪਣੇ ਦੇਸ਼ ਹੈ ਪੰਜਾਬ ਦੇ ਅੰਦਰ। ਇਸੇ ਪ੍ਰਕਾਰ ਖੁਰਾਸਾਨ ਦਾ ਸੀ ਬਾਬਰ ਜਿਹੜਾ ਤਿਮਰੂ ਇਹਦਾ ਪਿਓ। ਇਹਨ ਗੁਰੂ ਨਾਨਕ ਸਾਹਿਬ ਦੀ ਸ਼ਰਨ ਲੈ ਕੇ ਰਾਜ ਪ੍ਰਾਪਤ ਕੀਤਾ ਸੀ। ਸੋ ਹਜ਼ੂਰ ਫਰਮਾਉਂਦੇ ਹਨ ਖੁਰਾਸਾਨ ਖਸਮਾਨਾ ਕੀਆ। ਖੁਰਾਸਾਨੀਆਂ ਜਿਹੜਾ ਬਾਬਰ ਚੜ ਕੇ ਆਇਆ ਹੈ ਇਹਦਾ ਤੁਸੀਂ ਖਸਮਾਨਾ ਪੱਖ ਕੀਤਾ ਹੈ। ਹਿੰਦੁਸਤਾਨ ਡਰਾਇਆ। ਹਿੰਦੁਸਤਾਨੀ ਉਸ ਵੇਲੇ ਸਾਧ ਸੰਗਤ ਜੀ ਪਠਾਨ ਸਨ। ਪਠਾਨਾਂ ਦੀ ਲੋਧੀ ਖਾਨਦਾਨ ਦੇ ਪਠਾਨ ਉਸ ਵੇਲੇ ਰਾਜੇ ਸਨ। ਬਹਿਲੋਲ ਲੋਧੀ ਰਾਜਾ ਸੀ ਸੁਲਤਾਨਪੁਰ ਜਿਸ ਵਕਤ ਮਹਾਰਾਜ ਸਾਹਿਬ ਹੱਟ ਕਰਦੇ ਸਨ। ਇਸ ਪ੍ਰਕਾਰ
ਹਿੰਦੁਸਤਾਨ ਡਰਾਇਆ। ਮਹਾਰਾਜ ਕਹਿੰਦੇ ਹਿੰਦੁਸਤਾਨੀਏ ਜਿਹੜੇ ਪਠਾਣਾਂ ਦਾ ਲੋਧੀ ਖਾਨਦਾਨਾਂ ਦਾ ਰਾਜ ਸੀ ਉਹਨਾਂ ਨੂੰ ਡਰਾਉਣਾ ਕੀਤਾ ਆਪ ਨੇ। ਆਪੈ ਦੋਸ ਨਾ ਦੇਈ ਕਰਤਾ। ਜੇ ਕੋਈ ਕਹੇ ਫਿਰ ਇਉਂ ਕਿਉਂ ਕੀਤਾ ਪਰਮੇਸ਼ਰ ਨੇ, ਤਾਂ ਮਹਾਰਾਜ ਕਹਿੰਦੇ ਆਪ ਦੇ ਸਿਰ ਤੇ ਵਾਹਿਗੁਰੂ ਨਿਰਲੇਪ ਰਹਿੰਦਾ ਹੈ, ਦੋਸ਼ ਨਹੀਂ ਆਪ ਦੇ ਸਿਰ ਦੇ ਤੇ ਦਿੰਦਾ ਲੈਂਦਾ। ਜਮ ਕਰ ਮੁਗਲ ਚੜਾਇਆ। ਇਹਨਾਂ ਨੇ ਤਾਂ ਹੀ ਜਮ ਦਾ ਰੂਪ ਬਣਾ ਕੇ ਲੋਧੀ ਖਾਨਦਾਨ ਪਠਾਣਾ ਤੇ ਮੁਗਲ ਨੂੰ ਚੜਾਤਾ, ਬਾਬਰ ਪਾਤਸ਼ਾਹ ਨੂੰ। ਏਤੀ ਮਾਰ ਪਈ ਕਰ ਲਾਣੇ। ਇਹ ਪਰਮੇਸ਼ਰ ਇੰਨੀ ਮਾਰ ਇਹਨਾਂ ਤੇ ਪਠਾਣਾ ਤੇ ਪਈ, ਇਹਨਾਂ ਨੇ ਬੜਾ ਕਰਲਾਪ ਕੀਤਾ, ਸਹੀ ਕਰਲਾਪ ਕਰਦੇ ਰਹੇ। ਕਈਆਂ ਨੂੰ ਕੁਰਲਾਣੇ ਲਿਖ ਦਿੱਤਾ, ਕਿਤਿਆਂ 'ਚ ਕਰਲਾਣੇ ਹੈ ਪਾਠ। ਤੈ ਕੀ ਦਰਦ ਨਾ ਆਇਆ। ਇਹ ਪਰਮੇਸ਼ਰ ਤੈਨੂੰ ਕੀ ਇਹਨਾਂ ਦੀ ਬਾਤ ਦੀ ਦਰਦ ਨਾ ਆਇਆ, ਤੁਹਾਨੂੰ ਦਰਦ ਨਾ ਆਇਆ ਹੈ ਪਰਮੇਸ਼ਰ। ਕਰਤਾ ਤੂੰ ਸਭਨਾ ਕਾ ਸੋਈ। ਤਾਂ ਫਰਮਾਉਂਦੇ ਨੇ ਕਰਤਾ ਪੁਰਖ ਤੂੰ ਤਾਂ ਸਾਰਿਆਂ ਦਾ ਹੀ ਹੈ ਨਾ, ਗਰੀਬਾਂ ਦਾ ਵੀ ਅਮੀਰਾਂ ਦਾ ਵੀ। ਜੇ ਸਖਤਾ ਸਖਤੀ ਕੋ ਪਰ ਮਾਰੇ। ਸੁਭਾਅ ਜੇ ਆਪੋ ਵਿੱਚ ਇੱਕੋ ਜਿਹੇ ਜ਼ਬਰਦਸਤੀ ਵਾਲੇ ਕਸਰਤ ਕਰਨ ਤਾਂ ਤੂੰ ਵੇਖਦਾ ਹੈ ਉਹਨਾਂ ਨੂੰ। ਇਸੇ ਪ੍ਰਕਾਰ ਜੇ ਜੋਰਾਵਰ ਮਾਰਾ, ਜੋਰਾਵਰ ਸੀ ਨਾ ਪਠਾਨ, ਜਿਹੜੇ ਲੋਕਾਂ ਦੀਆਂ ਬਹੂ ਬੇਟੀਆਂ ਦੀ ਇੱਜ਼ਤ ਗਾਉਂਦੇ ਸੀ, ਇਹ ਮਨਵਾ ਦੀਏ, ਤੇ ਜੋਰਾਵਰ ਆ ਗਿਆ ਮੁਗਲ ਚੜ ਕੇ ਉੱਪਰ। ਜੇ ਮਹਾਰਾਜ ਜੀ ਸਖਤਾ ਜੋਰਾਵਰ ਹੈ, ਜੋਰਾਵਰ ਲੋਧੀ ਖਾਨਦਾਨ ਨੇ ਪਠਾਣਾ ਨੂੰ ਮਾਰਿਆ, ਤਾਂ ਮਨ ਰੋਸ ਨਾ ਤਾਂ ਹੋਈ। ਤੁਹਾਡੇ ਮਨ 'ਚ ਗੁੱਸਾ ਨਹੀਂ ਹੋਇਆ ਵੀ ਇੱਕੋ ਜਿਹੀ ਹੈ ਇਹ, ਚੰਗਾ ਆਪੋ ਜੀ ਜੋਰ ਅਜਮਾਈ ਕਰ ਲੈ, ਆਪ ਨਾਰਾਜ਼ਗੀ ਨਹੀਂ ਮੰਨੀ ਹੈ। ਰਹਾਉ ਸਖਤਾ ਸੀਉ ਮਾਰੇ ਮਾਰੇ ਪੈ ਵਗੈ। ਫਿਰ ਆਪ ਮਹਾਰਾਜ ਸਾਹਿਬ ਉਸ ਕੈਦ ਵਿੱਚ ਕਿਉਂ ਗਏ ਜੇ ਕੋਈ ਪੁੱਛੇ ਤਾਂ ਮਹਾਰਾਜ ਦੇ ਕਾਰਨ ਇਹ ਹੈ ਸਾਡਾ ਜਾਣ ਰਹਾ ਜੀ। ਸਖਤਾ ਸੀਉ ਮਾਰੇ ਪੈ ਵਗੈ। ਜੇ ਸਖਤਾ ਜ਼ੋਰ ਵਾਲਾ ਸ਼ੇਰ ਗਊਆਂ ਦੇ ਵੱਗ ਦੇ ਪੈ ਉੱਪਰ ਪੈ ਕੇ ਗਾਲਵ ਪੈ ਕੇ ਉਹਨੂੰ ਮਾਰਨਾ ਕਰੇ, ਖਸਮੈ ਸਾ ਪੁਰਸਾਈ। ਫਿਰ ਖਸਮ ਨੂੰ ਉਹਦੀ ਬਹੁਤ ਪੁਰਸ਼ਾਰਥ ਕਰਨਾ ਪੈਂਦਾ ਹੈ, ਉਦਮ ਕਰਨਾ ਪੈਂਦਾ ਰੱਖਿਆ ਵਾਸਤੇ। ਸਾਨੂੰ ਤਾਂ ਕਹਿ ਰਚਾਉਣਾ ਪਿਆ ਜਿਹੜੇ ਬਾਲਕ ਸੀ, ਬਿਰਧ ਸੀ, ਇਸਤਰੀਆਂ ਸੀ, ਉਹ ਜਿਨ੍ਹਾਂ ਨੇ ਜੰਗ ਕੀਤਾ ਉਹ ਤਾਂ ਮਾਰਤੇ ਬਾਬਰ ਨੇ। ਇਹ ਕੈਦੀ ਕਰਕੇ ਸਾਰੇ ਕੈਦ ਬਿਠਾ ਲਏ, ਇਸ ਕਰਕੇ ਮਾਲਕ ਨੂੰ ਪੁਰਸ਼ਾਰਥ ਕਰਨਾ ਪਿਆ। ਆਪ ਗੁਰੂ ਨਾਨਕ ਰੂਪ ਹੋ ਕੇ ਉਹਨਾਂ ਨੂੰ ਕੈਦਖਾਨੇ 'ਚੋਂ ਛੁਡਾਇਆ। ਰਤਨ ਵਿਗਾੜ ਵਿਗੋਏ ਕੁੱਤੀ। ਇਹ ਜਿਹੜੇ ਕੁੱਤਿਆਂ ਦੀ ਨਿਆਈ ਪਠਾਨ ਸੀ, ਰਤਨਾਂ ਵਰਗੇ ਜਿਹੜੇ ਜਨਮ ਸੀ ਇਹਨਾਂ ਨੇ, ਇਹ ਵਿਸ਼ਿਆਂ 'ਚ ਵਿਗਾੜ ਕੇ ਬਗੋਏ ਖਰਾਬ ਕਰ ਲਏ। ਹੋਇਆ ਸਾਰ ਨਾ ਇੰਨੇ ਕਾਈ। ਮਰ ਚੁੱਕੇ, ਇਹਨਾਂ ਦੀ ਖਬਰ ਨਹੀਂ, ਕੋਈ ਗਿਣਤੀ ਨਹੀਂ ਗਿਣੀ ਜਾ ਸਕਦੀ। ਐ ਜੰਗ ਕਰਕੇ ਮਰ ਗਏ ਹਨ। ਆਪੇ ਜੋੜ ਵਿਛੋੜੇ ਆਪੇ। ਇਹ ਪਰਮੇਸ਼ਰ ਆਪ ਹੀ ਜੋੜਨ ਵਾਲਾ ਜਿੰਦਾਂ ਨੂੰ, ਆਪ ਹੀ ਮਾਰ ਕਰਕੇ ਜੀਆਂ ਨੂੰ ਤੇ ਦੇਹਾਂ ਨੂੰ ਵਿਛੋੜਨ ਵਾਲਾ ਹੈ। ਵੇਖ ਤੇਰੀ ਵਡਿਆਈ। ਅਸੀਂ ਤਾਂ ਮਹਾਰਾਜ ਤੇਰੀ ਵਡਿਆਈ ਵੇਖਦੇ, ਜਿਵੇਂ ਤੈਨੂੰ ਪਾਉਂਦਾ, ਤੇਰੀ ਪ੍ਰਸੰਨਤਾ ਹੈ। ਜੇ ਕੋ ਨਾਉ ਧਰਾਏ ਵੱਡਾ। ਪਰ ਇਹ ਪਰਮੇਸ਼ਰ ਜੇ ਕੋਈ ਆਪਦਾ, ਜਿਵੇਂ ਖਾਨਦਾਨ ਲੋਧੀ ਖਾਨਦਾਨ ਵੱਡੇ ਕਹਾਉਂਦੇ ਸੀ, ਜੇ ਕੋਈ ਆਪਦਾ ਨਾਮ ਵੱਡਾ ਰਖਾ ਲਵੇ ਹੰਕਾਰ ਨਾਲ, ਸਾਧ ਕਰੇ ਮਨ ਭਾਣੇ। ਮਨ ਭਾਉਂਦੇ ਸਵਾਦਾਂ ਨੂੰ ਭੋਗਣਾ ਕਰੇ, ਖਸਮੈ ਨਜ਼ਰੀ ਕੀੜਾ ਉਹ ਆਵੇ। ਤਾਂ ਮਾਲਕ ਦੀ ਨਿਗਾਹ ਵਿੱਚ ਕੀੜਿਆਂ ਦੀ ਗਿਣਤੀ 'ਚ ਆਉਂਦਾ ਹੈ। ਜੇਤੇ ਚੁਗੈ ਦਾਣੇ। ਜਿਵੇਂ ਕੀੜੇ ਦਾਣੇ ਚੱਕੀ ਫਿਰਦੇ ਹੁੰਦੇ, ਜਿਵੇਂ ਭੋਗ ਭੋਗਦਾ ਜਿੰਨੇ, ਇਉਂ ਦਾਣੇ ਚੱਕੀ ਫਿਰਦੇ ਕੀੜੇ, ਜਿਵੇਂ ਇਸ ਪ੍ਰਕਾਰ ਦੀ ਨਿਗਾਹ 'ਚ ਆਓ ਪਰਮੇਸ਼ਰ ਦੀ 'ਚ। ਮਰ ਮਰ ਅਤੇ ਜੀਵੈ। ਜੇਤੇ ਚੁਗੇ ਦਾਣੇ ਇੱਕ ਮਹਾਤਮਾ ਸਨ, ਉਹ ਕਹਿੰਦੇ ਭਾਈ ਅੱਡ ਹੋ ਕੇ ਨਹੀਂ ਖਾਈਦਾ ਹੁੰਦਾ। ਕਹਿੰਦੇ ਤੈਨੂੰ ਕੀ ਬਾਬਾ ਜੀ, ਮੈਂ ਮਰਜ਼ੀ ਨਾ ਖਾਵਾਂ। ਕਹਿੰਦੇ ਚੰਗਾ ਬੰਨ ਛੱਡੀ। ਹੁਣ ਪੱਲੇ ਬੰਨ ਛੱਡੇ, ਦੂਏ ਦਿਨ ਖੋਲੇ ਤਾਂ ਕੀੜੇ ਬਣੇ ਹੋਏ ਵੇਖੇ। ਵੇਖ ਕਹਿੰਦੇ ਜਿਹੜਾ ਅੱਡ ਖਾਣਾ ਇਹ ਕੀੜੇ ਖਾਣਾ। ਇਸ ਪ੍ਰਕਾਰ ਜਿੱਥੇ ਦਾਣੇ ਚੁਗਦਾ ਉਹ ਕੀੜਿਆਂ ਦੀ ਨਿਆਈ ਹੈ। ਮਰ ਵੰਡ ਮਰ ਕੇ ਜਿਹੜਾ ਨਹੀਂ ਖਾ ਸਕਦਾ। ਮਰ ਮਰ ਜੀਵੈ ਤਾਂ ਕਿਛ ਪਾਏ। ਇਹ ਜਦੋਂ ਪਰਮੇਸ਼ਰ ਵੱਲੋਂ ਮਰੇ ਹੋਏ ਹੈ, ਜੇ ਉਸ ਪਾਸੇ ਜਿਉਂ ਪੈਣ, ਸੰਸਾਰ ਵੱਲ ਜਿਉਂਦੇ, ਜੇ ਉਧਰੋਂ ਮਰ ਜਾਣ ਤਾਂ ਕੁਛ ਇਹ ਪ੍ਰਾਪਤ ਕਰ ਸਕਦੇ ਹਿੰਦੁਸਤਾਨੀ ਵੀ। ਨਾਨਕ ਨਾਮ ਵਖਾਣੇ। ਗੁਰੂ ਸਾਹਿਬ ਜੀ ਕਹਿੰਦੇ ਪਰਮੇਸ਼ਰ ਦੇ ਨਾਮ ਦਾ ਕਥਨ ਕਰੇ ਤਾਂ ਹਿੰਦੁਸਤਾਨ ਦੀ ਜਿੱਤ ਹੋ ਸਕਦੀ ਹੈ। ਇਹ ਵਾਕ ਕਹੇ ਹਨ ਗੁਰੂ ਸਾਹਿਬ ਜੀ ਨੇ ਉਸ ਵਕਤ। ਇਸੇ ਪ੍ਰਕਾਰ ਅੰਤਰੀਵ ਇਹਨੂੰ ਸਮਝੋ। ਖੁਰਾਸਾਨ ਖਸਮਾਨਾ ਕੀਆ। ਖੁਰਾਸਾਨ, ਸਾਨ ਜਿਹੜਾ ਸਾਰਾ ਸੰਸਾਰ ਹੈ ਨਾ, ਇਹਦੇ ਜਿੰਨੇ ਵਿਸ਼ੇ ਸੁਖ ਹੈ, ਇਹਨਾਂ ਦਾ ਤਿਆਗ ਕਰਕੇ ਜਿਨ੍ਹਾਂ ਨੂੰ ਖਾਣਾ ਕੀਤਾ, ਨਾਸ ਕੀਤੇ ਹੈ,
ਸਾਨ ਜਿੰਨੇ ਬੇਅੰਤ ਪਦਾਰਥ ਮਿਲੇ ਹੋਏ ਉਹਨਾਂ ਨੂੰ ਖਾਣਾ ਕੀਤਾ, ਨਾਸ਼ ਕੀਤਾ। ਜਿਨ੍ਹਾਂ ਮਿੱਥਿਆ ਨਿਸ਼ਚੇ ਕੀਤੇ ਆ ਖਸਮਾਨਾ ਕੀਆ, ਉਹਨਾਂ ਭਗਤਾਂ ਦਾ ਵਾਹਿਗੁਰੂ ਨੂੰ ਪੱਖ ਕੀਤਾ। ਜਿਨ੍ਹਾਂ ਨੂੰ ਦੁਨੀਆ ਦੇ ਸਾਨ ਪਦਾਰਥ ਮਿਲੇ ਹੋਏ ਨੂੰ ਖਾਣਾ ਕੀਤਾ, ਨਾਸ਼ ਕੀਤਾ, ਮਿੱਥਿਆ ਸਮਝਿਆ, ਉਹਨਾਂ ਦਾ ਵਾਹਿਗੁਰੂ ਨੂੰ ਪੱਖ ਕੀਤਾ ਹੈ। ਹਿੰਦੁਸਤਾਨ ਡਰਾਇਆ। ਹਿੰਦੁਸਤਾਨ ਹਿੰਦੂ ਚੋਰਾਂ ਦਾ ਨਾਂ ਹੁੰਦਾ ਹੈ। ਇਹਦੇ ਮੁਸਲਮਾਨਾਂ ਨੇ ਜਿਸ ਵਕਤ ਇਹ ਚੜ ਕੇ ਆਇਆ ਆਪਣੇ ਮੁਹੰਮਦ, ਉਸ ਅਟਕ ਦੇ ਉੱਤੇ ਇਹਨਾਂ ਦੇ ਜਿਹੜੇ ਆਦਮੀ ਸੀ ਕੁਛ ਚੁਰਾ ਲਏ ਸੀ, ਉਦੋਂ ਨਾਂ ਇਹਦਾ ਹਿੰਦੁਸਤਾਨ ਪੈ ਗਿਆ। ਇਹ ਜਿਸ ਦਾ ਨਾਂ ਇਹ ਭਾਰਤ ਕਹਿੰਦੇ ਅੱਜ। ਹਿੰਦੁਸਤਾਨ ਡਰਾਇਆ। ਹਿੰਦੁਸਤਾਨ ਇਹ ਚੋਰੀ ਕਰਨ ਵਾਲੇ ਜਿਹੜੇ ਲੋਕ ਹਨਗੇ, ਇਸੇ ਤੋਂ ਹੰਗਤਾ ਕਰਨ ਵਾਲੇ ਤੇ ਦੁਆਇਤ ਕਰਨ ਵਾਲੇ ਤੇ ਹੰਗਤਾ ਵਾਲਿਆਂ ਦੇ ਤਾਂ ਹੀ ਡਰ ਦੇਣਾ ਕੀਤਾ ਹੈ ਪਰਮੇਸ਼ਵਰ ਨੇ। ਆਪੇ ਦੋਸ਼ ਨਾ ਦੇਈ ਕਰਤਾ। ਉਹ ਕਰਤਾ ਪੁਰਖ ਆਪ ਦਾ ਦੋਸ਼ ਨਹੀਂ ਦੇਣਾ ਕਰਦਾ ਕਿਸੇ ਪ੍ਰਕਾਰ। ਜਮ ਕਰ ਮੁਗਲ ਚੜਾਇਆ। ਜਿਨ੍ਹਾਂ ਦੇ ਸਾਧ ਸੰਗਤ ਜੀ ਮੋਹ ਨਾਲ ਗਲੇ ਹੋਏ ਮਨ ਹੈ, ਉਹਨਾਂ ਨੂੰ ਜਮ ਉਹਨਾਂ ਦੇ ਸਿਰ ਦੇ ਉੱਤੇ ਚੜਾਉਣਾ ਕੀਤਾ ਹੈ। ਜਮ ਮਾਰਦਾ ਹੈ ਉਹਨਾਂ ਦੇ ਤਾਈਂ। ਇੰਨੀ ਮਾਰ ਪਈ ਕਰ ਲਾਣੇ। ਇੰਨੀ ਮਾਰ ਪਈ ਹੈ, ਕਾਮ ਕ੍ਰੋਧ ਦੀ ਕਰਲਾਪ ਕਰਦੇ ਹਨ। ਤੈ ਕੀ ਦਰਦ ਨਾ ਇਹ ਪਰਮੇਸ਼ਰ ਤੈਨੂੰ ਕੀ ਦਰਦ ਆਉਣਾ ਸੀ? ਤੂੰ ਜਾਣਦਾ ਵਿਕਾਰਾਂ ਦੇ ਮਾਰੇ ਮਾਰੀ ਦੇ ਹਨ। ਕਰਤਾ ਤੂੰ ਸਭਨਾ ਕਾ ਸੋ। ਇਹ ਕਰਤਾ ਪੁਰਖ ਤੂੰ ਸਾਰਿਆਂ ਦਾ ਪਿੱਛੇ ਵੀ ਸੀ, ਹੁਣ ਵੀ ਹੈ, ਅੱਗੇ ਨੂੰ ਵੀ ਸੋ ਹੋਵੇਂਗਾ। ਇਹ ਸਖਤਾ ਸ਼ਕਤੀ ਕੋ ਮਾਰੇ। ਜੇ ਜੋਰਾਵਰ ਦੇ ਤਾਈਂ ਮਾਰ ਨਾ ਕਰੇ। ਤਾਂ ਮਨ ਰੋਸ ਨਾ ਹੋਈ। ਜਿਹੜੇ ਅੱਗੇ ਅਗਿਆਨੀ ਆ ਉਹ ਹੰਕਾਰ ਆਦਿ ਕੋ ਨੂੰ ਜੇ ਮਾਰੇ। ਤਾਂ ਮਨ ਰੋਸ ਆਪ ਦੇ ਮਨ ਚ ਨਾਰਾਜ਼ਗੀ ਕੀ ਹੋਣੀ ਵੀ ਵਿਕਾਰਾਂ ਦੇ ਗਰਸੇ ਇਹਨਾਂ ਨੂੰ ਵਿਕਾਰ ਖਾਈ ਜਾਂਦੇ ਐ। ਰਹਾਉ ਸਖਤਾ ਸੀਓ ਮਾਰੇ ਪੈ ਵਗੈ। ਜੇ ਜੋਰਾਵਰ ਸ਼ੇਰ ਦੀ ਨਿਆਈ ਹੰਕਾਰ, ਬੱਗ ਦੀ ਨਿਆਈ ਸਰਸੰਤੋਖ ਹਰੀਏ ਨਰਮ ਗੁਣ ਹੈ, ਇਹਨਾਂ ਦੇ ਤੇ ਗਾਲੋ ਪੈ ਕੇ ਮਾਰਨਾ ਕਰੇ ਅਗਿਆਨ। ਹਸਮੈ ਸਾ ਪੁਰਸਾਈ। ਉਸ ਨੂੰ ਜਿਵੇਂ ਪ੍ਰਹਿਲਾਦ ਦੀ ਰੱਖਿਆ ਕੀਤੀ ਹਰਨਾਕਸ਼ ਨੂੰ ਮਾਰ ਕੇ, ਇਉਂ ਵਾਹਿਗੁਰੂ ਨੂੰ ਬਿਰਤੀ ਰੂੜ ਹੋ ਕੇ ਚੇਤਨ ਨੂੰ ਪੁਰਸ਼ਾਰਥ ਕਰਨਾ ਪੈਂਦਾ ਹੈ। ਉਦਮ ਕਰਕੇ ਆਪਦੇ ਪਿਆਰਿਆਂ ਦੀ ਰੱਖਿਆ ਕਰਨੀ ਪੈਂਦੀ ਹੈ। ਰਤਨ ਵਿਗਾੜ ਵਿਗੋਏ ਕੁੱਤੀ। ਜਿਨ੍ਹਾਂ ਰਤਨ ਵਿਰਾਗ ਆਦਿ ਗੁਣਾਂ ਨੂੰ ਵਿਗਾੜ ਦਿੱਤਾ ਹੈ। ਵਿਗੋਏ ਕੁੱਤੀ, ਉਹ ਕੁੱਤਿਆਂ ਦੀ ਨਹੀਂ ਲੋਭ ਵਿੱਚ ਵਿਗੋਏ ਖਰਾਬ ਹੋਏ ਆ ਜਿਹੜੇ। ਹੋਇਆ ਸਾਰ ਨਾ ਕਾਈ। ਐਸੇ ਸੰਸਾਰ ਵਿੱਚ ਮਰਦੇ ਰਹਿੰਦੇ, ਉਹਨਾਂ ਨੂੰ ਕੋਈ ਪਰਮੇਸ਼ਰ ਦੀ ਸਾਰ ਖਬਰ ਨਹੀਂ ਪ੍ਰਾਪਤੀ ਦੀ। ਆਪੇ ਜੋੜ ਵਿਛੋੜੇ ਆਪੇ। ਆਪ ਹੀ ਸਾਧ ਸੰਗਤ ਨਾਲ ਜੋੜ ਕਰਕੇ ਕੋ ਸੰਗਤ ਨਾਲੋਂ ਵਿਛੋੜ ਦਿੰਦਾ ਜਿਨ੍ਹਾਂ ਨੂੰ। ਵੇਖ ਤੇਰੀ ਵਡਿਆਈ। ਉਹ ਮਹਾਰਾਜ ਤੇਰੀ ਵਡਿਆਈ ਵੇਖ ਕੇ ਸਦਾ ਪ੍ਰਸੰਨ ਰਹਿੰਦੇ ਹਨ। ਜੇ ਕੋ ਨਾ ਉਤਰਾਏ ਵੱਡਾ। ਜੇ ਕੋਈ ਹੰਕਾਰ ਨਾਲ ਆਪਦਾ ਵੱਡਾ ਹੰਕਾਰੀ ਦਿਖਾ ਲਵੇ ਨਾਮ। ਸਾਧ ਕਰੇ ਮਨ ਪਾੜੇ। ਸਤਿ ਸਿੰਘ ਵਿਸ਼ੇ ਮਨ ਭਾਉਂਦੇ ਭੋਗ ਨਾ ਕਰੇ। ਖਸਮੈ ਨਜ਼ਰੀ ਕੀੜਾ ਆਵੇ। ਉਹ ਖਸਮ ਦੀ ਨਜ਼ਰ ਦੇ ਵਿੱਚ ਕੀੜਿਆਂ ਦੀ ਨਹੀਂ ਪੈਰਾਂ ਹੇਠਾਉਣ ਵਾਲਾ ਜੀਵ ਪ੍ਰਤੀਤ ਹੁੰਦਾ ਤੁੱਛ। ਜੇਤੇ ਚੁਗੈ ਦਾਣੇ। ਜਿਤਨੇ ਭੋਗਦਾ ਦਾਣੇ ਚੁਗੀ ਫਿਰਦੇ ਜਿਵੇਂ ਕੀੜੇ ਇਹ ਜੇ ਜਾਣਦੇ ਹਨ। ਮਰ ਮਰ ਜੀਵੈ ਤਾਂ ਕਿਛ ਪਾਏ। ਇਹ ਪਰਮੇਸ਼ਰ ਵੱਲੋਂ ਮਰਿਆ ਉਹਦੇ ਜੇ ਜਿਉਂ ਪਵੇ ਤੇ ਸੰਸਾਰ ਵੱਲ ਜਿਉਂਦਾ ਉਧਰੋਂ ਮਰ ਜਾਵੇ ਤਾਂ ਗੁਰਾਂ ਦੇ ਪਾਸੋਂ ਲਾਭ ਪਾ ਸਕਦਾ ਹੈ। ਨਾਨਕ ਨਾਮ ਵਿਖਾਣੇ। ਉਹ ਸਤਿਗੁਰੂ ਸਾਹਿਬ ਜੀ ਕਹਿੰਦੇ ਨਾਮ ਦਾ ਜੇ ਵਿਖਿਆਨ ਕਰੇ ਤਾਂ ਮੁਕਤ ਹੋ ਸਕਦਾ ਹੈ। ਲੋ ਸਾਧ ਸੰਗਤ ਜੀ ਪਹਿਲੇ ਪਾਤਸ਼ਾਹ ਦੇ 39 ਸ਼ਬਦ ਆਸਾ ਰਾਗ ਦੇ ਇੱਥੋਂ ਤੱਕ ਸੰਪੂਰਨ ਹੋਏ ਹਨ। ਅੱਗੇ ਤੀਜੇ ਪਾਤਸ਼ਾਹ ਦੇ ਚੱਲਣਗੇ। ਖਸਮੈ ਨਜ਼ਰੀ ਕੀੜਾ ਆਵੇ। ਜੀਤੇ ਜੁਗੈ ਦਾਣੇ। ਮਰ ਮਰ ਜੀਵੈ ਤਾਂ ਕਿਛ ਪਾਏ। ਨਾਨਕ ਨਾਮ ਵਖਾਣੇ। ਵਾਹਿਗੁਰੂ ਜੀ ਕਾ ਖਾਲਸਾ। ਰਾਗ ਆਸਾ ਘਰ ਦੂਜਾ ਮਹੱਲਾ ਤੀਜਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਹਰ ਦਰਸ਼ਨ ਪਾਵੈ ਵੱਡ ਭਾਗ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਸਾਜੀ ਨਵਾਜੀ। ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਪਹਿਲੇ ਪਾਤਸ਼ਾਹ ਦੀ ਕੱਲ ਬਾਣੀ 39 ਸ਼ਬਦ ਸੰਪੂਰਨ ਹੋਏ ਹਨ।
ਹੁਣ ਸਤਿਗੁਰੂ ਤੀਜੇ ਪਾਤਸ਼ਾਹ ਜੀ ਦੀ ਆਸਾ ਰਾਗ ਵਿੱਚ ਬਾਣੀ ਆਰੰਭ ਹੁੰਦੀ ਹੈ। ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਜਿਸ ਵਕਤ ਬੌਲੀ ਸਾਹਿਬ ਲਵਾਤੀ 84 ਕੱਟਣ ਵਾਸਤੇ ਜੀਆਂ ਦੇ 84 ਵਾਰ ਇਸ਼ਨਾਨ ਕਰੇ, 84 ਪਾਠ ਜਪ ਸਾਹਿਬ ਦੇ ਕਰੇ, ਉਹ 84 ਲੱਖ ਜੂਨ ਦੇ ਵਿੱਚ ਨਹੀਂ ਪਵੇਗਾ। ਇਹ ਗੁਰੂ ਸਾਹਿਬ ਜੀ ਨੇ ਮਹਾਤਮ ਜਦੋਂ ਆਰੰਭ ਕੀਤਾ, ਉਸ ਵਕਤ ਸਤਿਗੁਰੂ ਜੀ ਦੀ ਬੰਸ ਵਿੱਚੋਂ ਭੱਲਿਆਂ ਵਿੱਚੋਂ ਇੱਕ ਮਹਾਰਾਜ ਸਾਹਿਬ ਦਾ ਪੁਰਾਣਾ ਮਲਾਪੀ ਸੀ। ਇਹ ਖੜਦਰਸ਼ਨਾਂ ਦੇ ਉੱਤੇ ਸਭ ਦਾ ਰੱਖਿਆ ਕਰਦਾ ਗੁਰੂ ਸਾਹਿਬ ਦੇ ਪਾਸ ਆਇਆ। ਮਹਾਰਾਜ ਸਾਹਿਬ ਕਹਿਣ ਲੱਗੇ, ਗੰਗਾ ਭਾਈ ਕੀ ਜਾਣਾ ਹੈ, ਇੱਥੇ ਬੌਲੀ ਸਾਹਿਬ ਕੀ ਤੂੰ ਇਸ਼ਨਾਨ ਕਰਨਾ ਹੈ। ਇਹ ਕਹਿਣ ਲੱਗਾ, ਮਹਾਰਾਜ ਇੱਕ ਵਾਰੀ ਮੈਨੂੰ ਜਾਇਆ ਹੁਣ ਦਿਓ, ਖੜਦਰਸ਼ਨਾਂ ਦੇ ਉੱਥੇ ਦਰਸ਼ਨ ਹੋਣੇ ਹੈ, ਮੈਂ ਹਰਿਦੁਆਰ ਜਾ ਕੇ ਇਸ਼ਨਾਨ ਕਰਕੇ ਫਿਰ ਆਪਦਾ ਬਚਨ ਮੰਨਾਂਗਾ, ਫਿਰ ਬੌਲੀ ਸਾਹਿਬ ਇਸ਼ਨਾਨ ਕਰ ਲਵਾਂਗਾ। ਸੁਣ ਕੇ ਗੁਰੂ ਮਹਾਰਾਜ ਸਾਹਿਬ ਨੇ ਕਿਹਾ, ਚੰਗਾ ਭਾਈ ਇਹ ਸਾਡਾ ਗੜਵਾ ਲੈ ਜਾ, ਗੰਗਾ ਜਲ ਦਾ ਭਰ ਲਿਆ ਹੈ। ਇਹ ਹੁਕਮ ਮੰਨ ਕੇ ਉਹ ਚਲਿਆ ਗਿਆ। ਜਿੱਥੇ ਜਿੱਥੇ ਤੀਰਥਾਂ 'ਚ ਇਸ਼ਨਾਨ ਕਰਨ ਲੱਗਾ, ਉਹ ਸਾਰੇ ਹਰਿਦੁਆਰ ਇਸ਼ਨਾਨ ਕਰਕੇ ਜਦੋਂ ਵਾਪਸ ਮੁੜਨ ਲੱਗਾ, ਫਿਰ ਗੁਰੂ ਸਾਹਿਬ ਜੀ ਦਾ ਸੁਨੇਹਾ ਚੇਤੇ ਆਇਆ ਇਸਦੇ ਕਿ ਸਤਿਗੁਰੂ ਜੀ ਨੇ ਆਗਿਆ ਕੀਤੀ ਸੀ ਕਿ ਹਰਿਦੁਆਰ ਵਿੱਚੋਂ ਗੰਗਾ ਜਲ ਸਾਡੇ ਗੜਵੇ 'ਚ ਪਾ ਲਿਆਈ। ਇੱਧਰੋਂ ਇਹਦਾ ਸੰਗ ਤੁਰ ਚੱਲਿਆ। ਉਸ ਵੇਲੇ ਕਾਹਲੀ ਦੇ ਨਾਲ ਇਹ ਪ੍ਰੇਮੀ ਹਰਿਦੁਆਰ ਦੀਆਂ ਪੌੜੀਆਂ ਤੇ ਗਿਆ। ਜਾ ਕੇ ਗੰਗਾ ਸਾਗਰ ਜਦੋਂ ਭਰਨ ਲੱਗਾ ਗੜਵਾ, ਉਸ ਵਕਤ ਇਹਦੇ ਹੱਥੋਂ ਛੁੱਟ ਗਿਆ ਗੜਵਾ, ਧਾਰ ਵਿੱਚ ਰੁੜ ਗਿਆ, ਪਕੜ ਨਾ ਸਕਿਆ, ਵਾਪਸ ਖਾਲੀ ਆ ਗਿਆ। ਇੱਥੇ ਸ੍ਰੀ ਗੋਇੰਦਵਾਲ ਸਾਹਿਬ ਵਿੱਚ ਆ ਕੇ ਕਹਿਣ ਲੱਗਾ, ਸੱਚੇ ਪਾਤਸ਼ਾਹ ਜੀ ਮੈਂ ਆਪ ਜੀ ਦੀ ਸੇਵਾ ਕਰ ਨਹੀਂ ਸਕਿਆ, ਗੜਵਾ ਮੇਰੇ ਪਾਸੋਂ ਗੰਗਾ ਦੀ ਧਾਰ ਵਿੱਚ ਰੁੜ ਗਿਆ, ਗੰਗਾ ਜਲ ਲਿਆ ਨਹੀਂ ਸਕਿਆ। ਗੁਰੂ ਮਹਾਰਾਜ ਸਾਹਿਬ ਨੇ ਕਿਹਾ, ਭਾਈ ਐਂ ਕਰ, ਫਿਰ ਤੂੰ ਸ਼ੰਕਾ ਕਰਦਾ ਸੀ ਕਿ ਇੱਥੇ ਸਾਰੇ ਤੀਰਥ ਸ੍ਰੀ ਬੌਲੀ ਸਾਹਿਬ ਅਸੀਂ ਲਿਆਂਦੇ ਹੈ, ਦੱਖਣ ਦੇ ਪਾਸੇ ਦਾ ਜਿਹੜਾ ਸੋਮਾ ਹੈ ਉਹਦੇ 'ਚ ਗੰਗਾ ਅਸੀਂ ਲਿਆਂਦੀ, ਜਾ ਵੇਖ ਜਾ ਕੇ। ਜਿਸ ਵਕਤ ਜਾ ਕੇ ਵੇਖਿਆ, ਸ੍ਰੀ ਗੋਇੰਦਵਾਲ ਸਾਹਿਬ ਬੌਲੀ ਸਾਹਿਬ ਥੱਲੇ ਗਿਆ ਤੇ ਦੱਖਣ ਦੇ ਪਾਸੇ ਦੇ ਸੋਮੇ ਵਿੱਚੋਂ ਗੰਗਾ ਦਾ ਜਲ ਪੈ ਰਿਹਾ ਹੈ ਤੇ ਗੜਵੀ ਭਰੀ ਮਹਾਰਾਜ ਸਾਹਿਬ ਦੀ ਇੱਥੇ ਵੇਖੀ, ਜਿਹੜੀ ਹਰਿਦੁਆਰ ਦੇ ਪਾਸੇ ਰੁੜਦੀ ਸੀ। ਮਹਾਰਾਜ ਦੇ ਚਰਨ ਆ ਕੇ ਪਕੜ ਲਏ। ਕਹਿਣ ਲੱਗਾ, ਮਹਾਰਾਜ ਸਾਰੇ ਤੀਰਥ ਜਿਹੜੇ ਹੈ ਇਹ ਤੁਹਾਡੇ ਚਰਨਾਂ 'ਚ ਹੀ ਨਿਵਾਸ ਕਰਦੇ ਹੈ। ਫਿਰ ਮਹਾਰਾਜ ਖੜ ਦਰਸ਼ਨਾਂ ਦੇ ਮੈਂ ਪੁਜਾਰੀ ਰਿਹਾ ਹਾਂ, ਕਿਰਪਾ ਕਰੋ ਸਾਰਿਆਂ ਦਰਸ਼ਨਾਂ ਵਿੱਚੋਂ ਖੜ ਦਰਸ਼ਨਾਂ 'ਚੋਂ ਕਿਹੜਾ ਦਰਸ਼ਨ ਚੰਗਾ ਹੈ, ਜਿਸ ਦਰਸ਼ਨ ਦਾ ਮੈਂ ਪੁਜਾਰੀ ਬਣਾ। ਤਾਂ ਗੁਰੂ ਮਹਾਰਾਜ ਸਾਹਿਬ ਉੱਤਰ ਦਿੰਦੇ ਹੈ, ਖੜ ਦਰਸ਼ਨ ਵਰਤਾ ਵਰਤਾਰਾ, ਗੁਰ ਕਾ ਦਰਸ਼ਨ ਅਗਮ ਅਪਾਰਾ। हे भाई छे दर्शन योगी जंगम सरेबड़े सन्यासी, ये वरतारा दुनिया की वरत रहा है। पर गुरु साहब का दर्शन जो पंथ है ना, गुरु नानक साहब का, तेने कलमों धर्म चलायो, सब साधन को राह बतायो, ये अगमा पार की प्राप्ति करने वाला सिखा, गुरु की संगत दे पे भरोसा कर। सुन के वो बुजुर्ग गुरु साहब का सिख बन गया सी। ये उपदेश ਉਹਦੇ ਪ੍ਰਥਾਨ महाराज जी ने शब्द उच्चारण किया। ਭੱਲਿਆਂ ਦੀ ਬੰਸ ਵਿੱਚੋਂ ਸੀ ਇਹ। ਰਾਗ ਆਸਾ ਘਰ ਦੂਜਾ ਮਹੱਲਾ ਤੀਜਾ, ਇੱਕ ਓੰਕਾਰ ਸਤਿਗੁਰ ਪ੍ਰਸਾਦ, ਹਰ ਦਰਸ਼ਨ ਪਾਵੈ ਵੱਡ ਭਾਗ। ਆਸਾ ਰਾਗ ਚ ਦੂਜੇ ਘਰ ਵਿੱਚ ਤੀਜੇ ਪਾਤਸ਼ਾਹ ਮਹਾਰਾਜ ਉਚਾਰਨ ਕਰਦੇ ਗੁਰੂ ਅਮਰਦਾਸ ਸਾਹਿਬ ਜੀ। ਇੱਕ ਅਦਵੈਤ ਰੂਪ ਪਰਮੇਸ਼ਰ ਹੈ, ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ, ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਹਰ ਦਰਸ਼ਨ ਪਾਵੈ ਵੱਡ ਭਾਗ। ਇਹ ਭਾਈ ਹਰੀ ਦਾ ਜੋ ਦਰਸ਼ਨ ਪੰਥ ਹੈ, ਮਹਾਰਾਜ ਕਲਗੀਧਰ ਜੀ ਨੇ ਵੀ ਕਿਹਾ, ਠੰਡ ਪੇ ਹੋਵੇਂ ਜੋਰ ਕਰ ਭਜਨ ਕਹਾ ਸਿਰ ਨਿਆਏ, ਪੰਥ ਚਲਾ ਤਾਂ ਜਗਤ में जब तुम करो सहाय। ਇਹ ਜੋ ਸਿੱਖੀ ਪੰਥ ਹੈ ਮਹਾਰਾਜ ਸਾਹਿਬ ਦਾ, ਇਹ ਹਰੀ ਦਾ ਦਰਸ਼ਨ ਹੈ, ਪੰਥ ਹੈ। ਮਹਾਰਾਜ ਸਾਹਿਬ ਕਹਿਣ ਲੱਗੇ, ਇਹ ਹਰੀ ਦੇ ਦਰਸ਼ਨ ਪੰਥ ਨੂੰ ਕੋਈ ਵੱਡੀਆਂ ਭਾਗਾਂ ਵਾਲਾ ਹੀ ਪਾ ਸਕਦਾ ਹੈ, ਨਹੀਂ ਤਾਂ ਆਪੋ ਆਪਣੇ ਕੋਈ ਗੜਵੀ ਪਾਣੀ ਵੀ ਪਾ ਕਿਸੇ ਵਿੱਚ ਕਹਿੰਦਾ ਈਸ਼ੇ ਦੇ ਤੇ ਅਤਵਾਰ ਲਿਆ, ਕੋਈ ਮੁਹੰਮਦੀ ਸੁਨਤ ਕਰ ਦਿੰਦੇ ਹਨ, ਕੋਈ ਹਿੰਦੂ ਲੋਕ ਜਿਹੜੇ ਬਰਾਗੀ ਦੁਆਰਕਾ ਦਾ ਛਾਪਾ ਲਾ ਕੇ ਮੋਢੇ ਸਾੜ ਦਿੰਦੇ ਹਨਗੇ। ਇਸ ਪ੍ਰਕਾਰ ਦੇ ਸੁਭਾਅ ਹੈ ਉਹਨਾਂ ਲੋਕਾਂ ਦੇ ਅੰਦਰ। ਇਹ ਜਿਹੜਾ ਸਾਬਤ ਸੂਰਤ ਰੱਖਣੀ ਹੈ, ਪਰਮੇਸ਼ਰ ਦੇ ਬਣ ਕੇ ਰਹਿਣਾ, ਇਹ ਹਰੀ ਦਾ ਦਰਸ਼ਨ ਪੰਥ ਹੈ। ਮਹਾਰਾਜ ਸਾਹਿਬ ਕਹਿੰਦੇ ਹਨ,
ਕੋਈ ਵੱਡਿਆਂ ਭਾਗਾਂ ਵਾਲਾ ਹੀ ਪਾ ਸਕਦਾ ਹੈ। ਗੁਰ ਕੈ ਦਰਸ਼ਨ ਗੁਰ ਕੈ ਸ਼ਬਦ ਸੱਚੈ ਬੈਰਾਗ। ਜਿਹੜੇ ਗੁਰੂ ਸਾਹਿਬ ਦੇ ਸ਼ਬਦ ਉਪਦੇਸ਼ ਨੂੰ ਕਮਾਉਂਦੇ ਐ ਉਹ ਸੱਚੇ ਵਿਰਾਗ ਦੇ ਸਹਿਤ ਰਹਿੰਦੇ ਐ। ਹਰ ਵਕਤ ਸੰਸਾਰ ਤੋਂ ਉਪਰਾਮ ਰਹਿੰਦੇ ਐ। ਮਨ ਉਹਨਾਂ ਦਾ ਵਿਰਾਗ ਵਿੱਚ ਰਹਿੰਦਾ ਹੈ, ਉਹਨਾਂ ਨੂੰ ਸੱਚਾ ਵਿਰਾਗ ਹੈ। ਬਾਕੀ ਭਾਈ ਕੱਚਾ ਵਿਰਾਗ ਹੈ, ਜਿਹੜੇ ਲੋਕ ਵਿਰਾਗੀ ਆਪਣੇ ਆਪ ਨੂੰ ਕਹਾਉਂਦੇ ਹਨ। ਫਿਰ ਪੜੋ ਹਰ ਦਰਸ਼ਨ ਪਾਵੈ ਵੱਡ ਭਾਗ। ਭਾਗ ਜੋ ਪਰਮੇਸ਼ਰ ਸਾਰਿਆਂ ਦਾ ਪ੍ਰਕਾਸ਼ ਸਤਿਗੁਰਾਂ ਦੀ ਕਿਰਪਾ ਨਾਲ ਮਿਲਦਾ ਹੈ, ਉਹ ਹਰੀ ਦਾ ਦਰਸ਼ਨ ਜਿਹੜਾ ਹੈ ਇਹ ਵੱਡਿਆਂ ਭਾਗਾਂ ਕਰਕੇ ਸੱਚੇ ਆਨੰਦ ਸਰੂਪ ਦਾ ਪੁਰਖ ਪਾ ਸਕਦਾ ਹੈ। ਗੁਰ ਕੈ ਸ਼ਬਦ ਸੱਚੈ ਬੈਰਾਗ। ਗੁਰੂ ਸਾਹਿਬ ਦੇ ਸ਼ਬਦ ਦੁਆਰਾ, ਗੁਰ ਕੀ ਬਾਣੀ ਸਹਿਜ ਵਿਰਾਗ ਹੈ ਨਾ, ਗੁਰਾਂ ਦੇ ਸ਼ਬਦ ਕਰਕੇ ਸੱਚੇ ਪਰਮੇਸ਼ਰ ਦੀ ਪ੍ਰਾਪਤੀ ਦੇ ਵਿਰਾਗ ਵਿੱਚ ਜੁੜ ਜਾਵੇ। ਮੇਰਾ ਮਨ ਤਨ ਬਹੁਤ ਵਿਰਾਗਿਆ ਹਰਨੈਣ ਰਸ ਭਿੰਨੇ, ਇਹ ਸੱਚੇ ਵਿਰਾਗ ਵਿੱਚ ਆ ਜਾਏ। ਦਿਖਾਵਾ ਦਾ ਅੱਖਾਂ 'ਚ ਤੇਲ ਪਾ ਪਾ ਕੇ ਲੋਕਾਂ ਨੂੰ ਰੋ ਰੋ ਕੇ ਦਿਖਾਉਣਾ ਝੂਠਾ ਵਿਰਾਗ ਨਾ ਹੋਵੇ। ਸੱਚੇ ਪਰਮੇਸ਼ਰ ਦੀ ਪ੍ਰਾਪਤੀ ਦਾ ਵਿਰਾਗ ਚੜਿਆ ਹੋਇਆ ਹੋਵੇ। ਗੁਰੂ ਸਾਹਿਬ ਦੇ ਸ਼ਬਦ ਕਰਕੇ ਇਹ ਸੱਚੇ ਦੀ ਪ੍ਰਾਪਤੀ ਦਾ ਵਿਰਾਗ ਹੁੰਦਾ। ਸੰਸਾਰ ਵੱਲੋਂ ਉਪਰਾਮਤਾ ਤੇ ਪਰਮੇਸ਼ਰ ਦਾ ਪਿਆਰ। ਖਟ ਦਰਸ਼ਨ ਵਰਤੈ ਵਰਤਾਰਾ। 6 ਦਰਸ਼ਨ ਹਨਗੇ ਜੋਗੀ ਜੰਗੋਂ ਸਰੇਵੜੇ, ਸੰਨਿਆਸੀ ਤੇ ਦਰਵੇਸ਼ ਤੇ ਮਦਾਰ ਸ਼ਾਹੀਏ। ਇਹਦਾ ਵਰਤਾਰਾ ਸਾਰੀ ਦੁਨੀਆ 'ਚ ਵਰਤ ਰਿਹਾ ਹੈ। ਗੁਰ ਕਾ ਦਰਸ਼ਨ ਅਗਮ ਅਪਾਰਾ। ਜਿਹੜਾ ਗੁਰੂ ਸਾਹਿਬ ਦਾ ਦਰਸ਼ਨ ਪੰਥ ਹੈ, ਇਹ ਅਗਮ ਜੋ ਗਮਤਾ ਤੋਂ ਰਹਿਤ ਪਰਮੇਸ਼ਰ ਹੈ, ਪ੍ਰਕਿਰਤੀ ਦੀ ਪਾਰਾਵਾਰ ਤੋਂ ਰਹਿਤ ਹੈ, ਉਹਦੀ ਪ੍ਰਾਪਤੀ ਵਾਲਾ ਗੁਰੂ ਕਾ ਪੰਥ ਹੈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੇ ਮਲੰਤ ਜਮ ਤਰਾਸ ਮਟਾਈ। ਇਹ ਦਰਸ਼ਨ ਪੰਥ ਨਾਲ ਮਿਲ ਕਰਕੇ ਜਮਾਂ ਦੇ ਡਰ ਮਿਟ ਜਾਂਦਾ ਹੈ। ਐਸਾ ਗੁਰੂ का ਦਰਸ਼ਨ ਹੈ। ਗੁਰੂ ਸਾਹਿਬ ਦਾ ਜਿਹੜਾ ਦਰਸ਼ਨ ਕਰਨਾ ਹੈ ਇਹ ਖੜ ਦਰਸ਼ਨ 6 ਦਰਸ਼ਨਾਂ 'ਚ 5 ਗਿਆਨ ਇੰਦਰੀਏ ਤੇ ਮਨ ਦੇ ਸੰਕਲਪਾਂ 'ਚ ਇਹਨਾਂ 6 ਇੰਦਰੀਆਂ ਦੇ ਵਿਸ਼ਿਆਂ ਦੇ ਦਰਸ਼ਨ ਤਾਂ ਸਾਰਾ ਵਰਤਾਰਾ ਸੰਸਾਰ ਦਾ ਵਰਤ ਰਿਹਾ ਹੈ। ਖੜ ਸ਼ਾਸਤਰ ਜਿਹੜੇ ਹਨ ਸਾਂਖ, ਨਿਆਏ ਅਤੇ ਵਸੇਖਕ, ਪੂਰਵ ਮੀਮਾਂਸਾ ਤੇ ਪਤੰਜਲ ਤੇ ਬਦਾਂਤ, ਇਹਦੇ ਵਿੱਚ ਤਾਂ ਸਾਰਾ ਸੰਸਾਰ ਦਾ ਵਰਤਾਰਾ ਵਰਤ ਰਿਹਾ ਹੈ। ਇਹਨਾਂ ਸ਼ਾਸਤਰਾਂ ਅਨੁਸਾਰ ਲੋਕ ਚੱਲ ਰਹੇ ਹਨ। ਗੁਰ ਕਾ ਦਰਸ਼ਨ ਅਗਮ ਅਪਾਰਾ। ਇਹ ਗੁਰੂ ਸਾਹਿਬ ਦਾ ਜੋ ਦਰਸ਼ਨ ਹੈ, ਸ਼ਬਦ ਦਾ ਉਪਦੇਸ਼, ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤੇ ਯਕੀਨ ਕਰਨਾ, ਵਿਸ਼ਵਾਸ ਰੱਖਣਾ ਬਾਣੀ ਤੇ, ਇਹ ਗੁਰੂ ਸਾਹਿਬ ਦਾ ਦੀਦਾਰ ਹੈ। ਇਹ ਗੁਰਾਂ ਦਾ ਜਿਹੜਾ ਦਰਸ਼ਨ ਪੰਥ ਹੈ, ਅਗਮ ਅਪਾਰ ਦੀ ਪ੍ਰਾਪਤੀ ਕਰਨ ਵਾਲਾ ਹੈ। 6 ਦਰਸ਼ਨਾਂ ਦੇ ਭੇਖਾਂ ਵਿੱਚ ਸਾਰਾ ਸੰਸਾਰ ਵਰਤਾਰਾ ਵਰਤ ਰਿਹਾ ਹੈ। ਜੋ ਗੁਰੂ का दर्शन है, एक न दर्शन देख मर मिले, दर्शन देख करके जीवित भाव वालों मर के गुरु साहब नाल मिल पे हैं। इं गुरु साहब का दीदार दे नाल कीता है। अगम गमता तो रहत जो परमेश्वर है, असुद्ध मन करके प्रकृति के पारावार तो रहत है, उसकी प्राप्ति हुंदी है गुरु साहब के दर्शना करके। गुर कै दर्शन मुक्त गत हो। सतगुरु साहब के दर्शन करने करके मुक्त 4 प्रकार ਦੀਆਂ ਮੁਕਤੀਆਂ ਜਿਹੜੀਆਂ ਵਕੁੰਠ ਦੀਆਂ ਹਨ, ਸਲੋਕ, ਸਮੀਪ, ਸਰੂਪ, ਸੁਜੁਜ ਪ੍ਰਾਪਤ ਹੁੰਦੀਆਂ ਅਤੇ ਗਤ ਹੋਏ ਕੇਵਲ ਮੁਕਤੀ ਦੀ ਵੀ ਪ੍ਰਾਪਤੀ ਹੁੰਦੀ। ਜਿਉਂ ਜਲ ਮੇਂ ਜਲਾਏ ਖਟਾਨਾ, ਤਿਉਂ ਜੋਤੀ ਸੰਜੋਤ ਸਮਾਨਾ। ਸਤਿਗੁਰੂ ਸਾਹਿਬ ਦੇ ਦਰਸ਼ਨਾਂ ਦਾ ਇਤਨਾ ਲਾਭ ਹੈ। ਸਾਚਾ ਆਪ ਵਸੈ ਮਨ ਸੂਇ। ਸੱਚਾ ਪਰਮੇਸ਼ਰ ਆਪ ਹੀ ਉਹਨਾਂ ਪ੍ਰੇਮੀਆਂ ਦੇ ਮਨ 'ਚ ਆ ਕੇ ਵਸ ਜਾਂਦਾ ਹੈ ਜੋ ਸਤਿਗੁਰਾਂ ਦੇ ਪ੍ਰੇਮ ਨਾਲ ਦਰਸ਼ਨ ਕਰਦੇ ਹਨ। ਸਰਦਾ ਦੇ ਨਾਲ ਗੁਰੂ ਸਾਹਿਬ ਦੇ ਤਾਈਂ ਪਰਸਦੇ ਆ ਕੇ। ਰਹਾਉ ਗੁਰ ਦਰਸ਼ਨ ਉਧਰੈ ਸੰਸਾਰਾ। ਸਤਿਗੁਰੂ ਸਾਹਿਬ ਦੇ ਦਰਸ਼ਨ ਪੰਥ ਨਾਲ ਰਲ ਕਰਕੇ, ਸਤਿਗੁਰੂ ਸਾਹਿਬ ਦੇ ਦਰਸ਼ਨ ਕਰਕੇ ਸਾਰਾ ਸੰਸਾਰ ਉਧਰ ਜਾਂਦਾ ਹੈ ਜੋ ਮਹਾਰਾਜ ਦੀ ਸ਼ਰਨ ਆਉਂਦਾ ਹੈ। ਜੇ ਕੋ ਲਾਏ ਭਾਵ ਪਿਆਰਾ। ਭਾਈ ਜੇ ਕੋਈ ਪਿਆਰਾ ਪ੍ਰੇਮ ਲਾਵੇ ਗੁਰੂ ਸਾਹਿਬ ਨਾਲ, ਉਹ ਆਪ ਮੁਕਤ ਹੋ ਜਾਂਦਾ ਹੈ, ਆਪਦੇ ਸੰਗੀਆਂ ਨੂੰ ਮੁਕਤ ਕਰ ਲੈਂਦਾ ਹੈ। ਜੇ ਕੋਈ ਪਿਆਰਾ ਜੋ ਅਕਾਲ ਪੁਰਖ ਹੈ ਉਹਦਾ ਪ੍ਰੇਮ ਲਾ ਲਵੇ ਸਤਿਗੁਰਾਂ ਨਾਲ ਮਿਲ ਕੇ। ਭਾਵ ਪਿਆਰਾ ਲਾਏ ਵਿਰਲਾ ਕੋਈ। ਬਾਹਰੋਂ ਤਾਂ ਪਿਆਰੇ ਬੜੇ ਬੜੇ ਫਿਰੇ, ਬਹੁਤ ਬਣਦੇ ਫਿਰਦੇ ਲੋਕ, ਪਰ ਭਾਵਨਾ ਸਰਦਾ ਪਿਆਰਾ ਪਿਆਰ ਦੇ ਨਾਲ ਜੇ ਕੋਈ ਪ੍ਰੇਮੀ ਮਨ ਬਾਣੀ ਸਰੀਰ ਕਰਕੇ ਭਾਵ ਪ੍ਰੇਮ ਨੂੰ, ਪ੍ਰੇਮ ਦਾ ਪਿਆਰਾ ਹੋ ਕੇ ਲਾਉਣਾ ਕਰੇ ਪ੍ਰੇਮ ਨੂੰ ਮਹਾਰਾਜ ਦੇ ਨੂੰ। ਗੁਰ ਕੈ ਦਰਸ਼ਨ ਸਦਾ ਸੁਖ ਹੋ। ਉਹਨਾਂ ਨੂੰ ਸਤਿਗੁਰੂ ਸਾਹਿਬ ਦੇ ਦਰਸ਼ਨ ਕਰਕੇ ਸਦਾ ਸੁਖ, ਨਿਤ ਸੁਖ ਰਹਿਣ ਵਾਲਾ ਜੋ ਹੈ, ਅਵਨਾਸੀ ਸੁਖ ਨੂੰ ਪ੍ਰਾਪਤ ਹੁੰਦਾ ਹੈ।
ਗੁਰ ਕੈ ਦਰਸ਼ਨ ਮੋਖ ਦੁਆਰ। ਸਤਿਗੁਰੂ ਸਾਹਿਬ ਦੇ ਦੀਦਾਰ ਕਰਕੇ ਤਾਂ ਮੁਕਤੀ ਦੁਆਰ ਸੰਸਾਰ ਤੋਂ ਮੁਕਤ ਹੋ ਜਾਂਦਾ ਹੈ ਅਤੇ ਦੁਆਰ ਇੰਦਰੀਆਂ ਵਾਲੀ ਦੇਹ ਤੋਂ ਮੁਕਤ ਹੋ ਜਾਂਦਾ ਹੈ। ਮੁਕਤੀ ਦਾ ਦੁਆਰਾ ਗਿਆਨ ਪ੍ਰਾਪਤ ਹੋ ਜਾਂਦਾ ਹੈ। ਸਤਿਗੁਰ ਸੇਵੈ ਪਰਿਵਾਰ ਸਾਧਾਰ। ਪਰਿਵਾਰ ਹੈ ਤਾਂ ਨਹੀਂ ਕਿਸੇ ਪੋਥੀ ਤੇ ਦੇਖੋ ਤਾਂ ਪਰਿਵਾਰ ਹੀ ਹੈ ਨਾ। ਜਿਹੜਾ ਸਤਿਗੁਰੂ ਦੀ ਸੇਵਾ ਕਰਦਾ ਉਹ ਆਪਦੇ ਪਰਿਵਾਰ ਦਾ ਵੀ ਸੁਧਾਰ ਕਰ ਲੈਂਦਾ ਹੈ। ਇਸਤਰੀ ਪੁੱਤਰ ਆਦਿਕਾਂ ਨੂੰ ਵੀ ਸਤਸੰਗੀ ਬਣਾ ਲੈਂਦਾ ਹੈ। ਮਾਤਾ ਪਿਤਾ ਨੂੰ ਵੀ ਸਤਸੰਗ ਜੋੜ ਦਿੰਦਾ ਹੈ। ਇਸ ਪ੍ਰਕਾਰ ਗੁਰੂ ਸਾਹਿਬ ਦਾ ਸੇਵਨ ਕਰਨ ਵਾਲਾ ਪਰਿਵਾਰ ਹੈ ਸਾਧਾਰ। ਪਰਿਵਾਰ ਹੈ ਇੰਦਰੀਆਂ ਦੇ ਪਰਿਵਾਰ ਨੂੰ ਵੀ ਸੁਧਾਰ ਲੈਂਦਾ, ਸਹਿਤ ਆਸਰੇ ਦੇ ਕਰ ਲੈਂਦਾ। ਅੱਖਾਂ ਨੂੰ ਬਗਾਨੇ ਰੂਪ ਵੱਲ ਦੇਖਣ ਨਹੀਂ ਜਾਣ ਦਿੰਦਾ, ਕੰਨਾਂ ਨੂੰ ਨਿੰਦਿਆ ਕਰਨ ਵੱਲ ਨਹੀਂ ਜਾਣ ਦਿੰਦਾ, ਜ਼ੁਬਾਨ ਨੂੰ ਝੂਠ ਬੋਲਣ ਵੱਲ ਨਹੀਂ ਲੱਗਣ ਦਿੰਦਾ। ਇਸ ਪ੍ਰਕਾਰ ਹੈ ਇੰਦਰੀਆਂ ਦੇ ਪਰਿਵਾਰ ਦਾ ਵੀ ਸੁਧਾਰ ਕਰ ਲੈਂਦਾ ਹੈ, ਸ੍ਰੇਸ਼ਟ ਬਣਾ ਲੈਂਦਾ ਹੈ। ਪਰਿਵਾਰ ਹੈ ਸੰਸਾਰ ਦੀ ਵਾੜ ਤੋਂ ਜਿਹੜਾ ਪਰੇ ਹੋ ਜਾਂਦਾ ਹੈ ਤੇ ਸਹਿਜ ਪਰਮੇਸ਼ਰ ਦੇ ਨਾਮ ਦੇ ਆਧਾਰ ਤੇ ਸਹਿਤ ਹੋ ਜਾਂਦਾ ਹੈ। ਨਿਗੁਰੇ ਕਉ ਗਤ ਕਾਈ ਨਾਹੀ। ਐਸ ਵੀਰ ਚ ਪਰਿਵਾਰ ਛਪਿਆ ਹੋਇਆ ਹੈ। ਤੁਹਾਡੇ ਕੀ ਹੈ ਤੇ ਸ੍ਰੀਮਾਨ ਜੀ ਕਉ ਗਤ ਕਾਈ ਨਾਹੀ। ਜਿਹੜੇ ਨਿਗੁਰੇ ਪੁਰਖ ਹਨਗੇ ਨਾ ਗੁਰੂ ਸਾਹਿਬ ਤੋਂ ਬੇਮੁਖ ਹਨਗੇ ਉਹਨਾਂ ਦੀ ਗਤ ਕਲਿਆਣ ਨਹੀਂ ਕਿਤੇ ਵੀ ਹੋ ਸਕਦੀ, ਮੁਕਤ ਨਹੀਂ ਹੋ ਸਕਦੀ ਹੈ। ਅਵਗਣ ਮੁੱਠੇ ਚੋਟਾ ਖਾਹੀ। ਉਹ ਅਵਗਣਾਂ ਦੇ ਨਾਲ ਲੁੱਟੇ ਹੋਏ ਔਗੁਣਾਂ ਕਰਕੇ ਜਮਾਂ ਦੀਆਂ ਵੀ ਚੋਟਾਂ ਖਾਂਦੇ, ਇੱਥੇ ਦੁਨੀਆ ਦੀਆਂ ਤਰਕਾਂ ਰੂਪ ਚੋਟਾਂ ਖਾਂਦੇ ਹਨ। ਰਾਜ ਦਰਬਾਰ ਆਦਿਕਾਂ ਦੇ ਦੰਡ ਭੋਗਦੇ ਹਨ। ਗੁਰ ਕੈ ਸ਼ਬਦ ਸੁਖ ਸਾਤ ਸਰੀਰ। ਸਤਿਗੁਰੂ ਸਾਹਿਬ ਦੇ ਸ਼ਬਦ ਨੂੰ ਕਮਾਉਣੇ ਕਰਕੇ ਸੁਖ ਪ੍ਰਾਪਤ ਹੁੰਦਾ ਹੈ ਅਤੇ ਸ਼ਾਂਤੀ ਪ੍ਰਾਪਤ ਹੁੰਦੀ ਹੈ। ਸਰੀਰ ਦੇ ਅੰਦਰ ਸ਼ਾਂਤੀ ਪ੍ਰਾਪਤ ਹੁੰਦੀ ਹੈ, ਵਾਸ਼ਨਾ ਮਿਟ ਜਾਂਦੀਆਂ ਹਨ ਅਤੇ ਸੁਖ ਸਰੂਪ ਦੀ ਪ੍ਰਾਪਤੀ ਹੁੰਦੀ ਹੈ ਸਰੀਰ ਦੇ ਹੁੰਦਿਆਂ ਹੋਇਆਂ ਹੀ। ਗੁਰਮੁਖ ਤਾਕਉ ਲੱਗੈ ਨਾ ਪੀਰ। ਜਿਹੜੇ ਗੁਰਮੁਖ ਪ੍ਰੇਮੀ ਬਣੇ ਉਹਨਾਂ ਨੂੰ ਜੰਮਣ ਮਰਨ ਦੀ ਪੀੜ ਨਹੀਂ ਫੇਰ ਲੱਗਦੀ, ਪੀਰ ਪੁਣੇ ਦੀ ਵੀ ਪੀੜ ਨਹੀਂ ਲੱਗਦੀ ਵੀ ਅਸੀਂ ਪੀਰ ਹਾਂ ਦੁਨੀਆ 'ਚ, ਸਾਨੂੰ ਪੀਰ ਜਾਣ ਕੇ ਲੋਕ ਮੱਥਾ ਟੇਕਣ। ਇਹ ਪੀਰ ਪੁਣੇ ਦੇ ਹੰਕਾਰ ਦੀ ਪੀੜ ਬਣੀ ਲੱਗਦੀ ਹੈ, ਜੰਮਣ ਮਰਨ ਦੀ ਪੀੜ ਬਣੀ ਲੱਗਦੀ। ਜਮ ਕਾਲ ਤਿਸ ਨੇੜ ਨਾ ਆਵੇ। ਜਿਹੜਾ ਜਮ ਸਾਰਿਆਂ ਨੂੰ ਕਾਲ ਕਰਨ ਵਾਲਾ ਹੈ ਇਸ ਉਹਨਾਂ ਪੁਰਖਾਂ ਦੇ ਨੇੜੇ ਨਹੀਂ ਆ ਸਕਦਾ। ਨਾਨਕ ਗੁਰਮੁਖ ਸਾਚ ਸਮਾਵੈ। ਜੰਮਣ ਮਰਨ ਰੂਪ ਕਾਲ ਵੀ ਉਹਨਾਂ ਦੇ ਨੇੜੇ ਨਹੀਂ ਆ ਸਕਦਾ ਹੈ। ਨਾਨਕ ਗੁਰਮੁਖ ਸਾਚ ਸਮਾਵੈ। ਸਤਿਗੁਰੂ ਸਾਹਿਬ ਜੀ ਕਹਿੰਦੇ ਜਿਹੜੇ ਗੁਰਮੁਖ ਹਨਗੇ ਉਹ ਸੱਚੇ ਵਾਹਿਗੁਰੂ ਦੇ ਸਰੂਪ ਵਿੱਚ ਸਮਾ ਜਾਂਦੇ ਹੈ, ਅਭੇਦ ਹੋ ਜਾਂਦੇ ਹਨ। ਆਸਾ ਮਹੱਲਾ ਤੀਜਾ। ਸ਼ਬਦ ਮੋਆ ਵਿੱਚ ਹੂੰ ਆਪ ਗਵਾਏ। ਜਿਹੜਾ ਭਾਈ ਗੁਰੂ ਸਾਹਿਬ ਦੇ ਸ਼ਬਦ ਬੱਦੇ ਨੂੰ ਸਿਹਾਰੀ ਹੈ, ਇਹ ਸੰਬੰਧਕ ਸ਼ਬਦ ਬਣੇਗਾ ਵਿਆਕਰਨ ਦੇ ਤਰੀਕੇ ਨਾਲ। ਸ਼ਬਦ ਕਰਕੇ ਜਿਹੜਾ ਮਰਿਆ ਹੈ, ਗੁਰੂ ਸਾਹਿਬ ਦੇ ਸ਼ਬਦ ਨੂੰ ਕਮਾ ਕੇ ਜੀਵਤ ਭਾਵ ਤੋਂ ਜਿਹੜਾ ਮਰਿਆ ਹੈ, ਕੌਣ ਮਰਿਆ ਹੈ? ਵਿੱਚ ਹੂੰ ਆਪ ਗਵਾਏ। ਜਿਹਨੂੰ ਆਪਾ ਭਾਵ ਹੰਕਾਰ ਗਵਾਤਾ ਹੈ ਉਹ ਸ਼ਬਦ ਕਰਕੇ ਜੀਵਤ ਭਾਵ ਤੋਂ ਮਰਿਆ ਹੈ। ਸਤਿਗੁਰ ਸੇਵੇ ਤਿਲ ਨਾ ਤਵਾਏ। ਜੋ ਸਤਿਗੁਰਾਂ ਦੀ ਸੇਵਾ ਕਰਦਾ ਹੈ ਉਹਨੂੰ ਤਿਲ ਜਿੰਨੀ ਵੀ ਤਮਾ ਨਹੀਂ ਰਹਿੰਦੀ, ਤਮੋ ਗੁਣ ਨਹੀਂ ਰਹਿੰਦਾ, ਕ੍ਰੋਧ ਨਹੀਂ ਰਹਿੰਦਾ ਤਿਲ ਜਿੰਨਾ ਵੀ। ਸਤਿਗੁਰ ਦੀ ਸੇਵਾ ਕਰਕੇ ਹੰਕਾਰ ਕ੍ਰੋਧ ਆਦਿਕ ਮਿਟ ਜਾਂਦੇ ਹਨ ਅਤੇ ਸਤਿਗੁਰਾਂ ਦੀ ਸੇਵਾ ਕਰਨੇ ਕਰਕੇ ਤਿਲ ਮਾਤਰ ਖਾਸ ਨਹੀਂ ਰਹਿੰਦੀ ਦੁਨੀਆ ਦੀ ਪਦਾਰਥਾਂ ਦੀ, ਤੇ ਤਾਂ ਅਗਿਆਨ ਦਾ ਹਨੇਰਾ ਨਹੀਂ ਉਹਦੇ ਅੰਦਰ ਰਹਿੰਦਾ ਤਿਲ ਜਿੰਨਾ ਥੋੜੇ ਮਾਤਰ ਵੀ। ਨਿਰਭਉ ਦਾਤਾ ਸਦਾ ਮਨ ਹੋਏ। ਉਹ ਨਿਰਭਉ ਸਰੂਪ ਜੋ ਸਾਰਿਆਂ ਨੂੰ ਦਾਤ ਦੇਣ ਵਾਲਾ ਪਰਮੇਸ਼ਵਰ ਹੈ, ਸਦਾ ਉਹਦੇ ਮਨ 'ਚ ਵਸ ਜਾਂਦਾ, ਹੋ ਜਾਂਦਾ ਹਿਰਦੇ 'ਚ ਪ੍ਰਗਟ। ਸੱਚੀ ਬਾਣੀ ਪਾਏ ਭਾਗ ਕੋ। ਇਹ ਸੱਚੀ ਗੁਰਾਂ ਦੀ ਜਿਹੜੀ ਬਾਣੀ ਹੈ, ਕੋਈ ਭਾਗਾਂ ਵਾਲਾ ਪੁਰਖ ਇਸ ਦਾਤ ਨੂੰ ਪ੍ਰਾਪਤ ਕਰਦਾ ਹੈ। ਗੁਣ ਸੰਗ੍ਰਹ ਵਿੱਚ ਹੂੰ ਅਵਗੁਣ ਜਾਹੇ। ਸੰਗ੍ਰਹ ਹੈ ਕਿ ਸੰਗ੍ਰਹ? ਸੰਗ੍ਰਹ ਹੀ ਹੈ। ਗੁਣਾਂ ਨੂੰ ਇਕੱਤਰ ਕਰੋ ਹੈ ਭਾਈ, ਆਪਦੇ ਹਿਰਦੇ ਸਭ ਸੰਤੋਖ ਦਿਆ ਧਰਮਾਦਿਕਾਂ ਨੂੰ। ਵਿੱਚੋਂ ਜਿਹੜੇ ਔਗਣ ਕਾਮ ਕ੍ਰੋਧ ਉਹ ਸਾਰੇ ਚਲੇ ਜਾਂਦੇ। ਇਸ ਤਰ੍ਹਾਂ ਪੂਰੇ ਗੁਰ ਕੈ ਸ਼ਬਦ ਸਮਾਹੇ। ਇਸ ਪ੍ਰਕਾਰ ਜੇ ਕਰਕੇ ਸੱਚ ਨੂੰ ਧਾਰਨ ਕਰੀਏ ਤਾਂ ਕੂੜ ਚਲਿਆ ਜਾਂਦਾ ਹੈ, ਜੇ ਕਰਕੇ ਸੱਚ ਨੂੰ ਧਾਰੀਏ ਤੇ ਫਿਰ ਵਕਾਰ ਮਿਟ ਜਾਂਦਾ ਹੈ, ਜੇ ਕਰਕੇ ਸ਼ਾਂਤੀ ਨੂੰ ਧਾਰੀਏ ਕ੍ਰੋਧ ਮਿਟ ਜਾਂਦਾ ਹੈ। ਇਉਂ ਗੁਣਾਂ ਨੂੰ ਇਕੱਤਰ ਕਰੋ ਤੇ ਵਿੱਚੋਂ ਔਗਣ ਜਿਹੜੇ ਕਾਮ ਆਦਿ ਸਭ ਚਲੇ ਜਾਣਗੇ। ਪੂਰੇ ਗੁਰ ਕੈ ਸ਼ਬਦ ਸਮਾਹੇ। ਪੂਰੇ ਗੁਰਾਂ ਦੇ ਸ਼ਬਦ ਦੁਆਰਾ ਸਮਾਹ ਹੈ, ਆਨੰਦ ਹੋਈਦਾ ਹੈ, ਸਮਾੜਾ ਪ੍ਰਾਪਤ ਹੁੰਦਾ। ਪੂਰੇ ਗੁਰਾਂ ਦੇ ਸ਼ਬਦ ਕਰਕੇ ਵਾਹਿਗੁਰੂ ਜੀ ਸਮਾ ਜਾਈਦਾ ਹੈ। ਰਹਾਉ
ਗੁਣਾ ਕਾ ਗਾਹਕ ਹੋਵੇ ਸੋ ਗੁਣ ਜਾਣੈ। ਜਿਹੜਾ ਭਾਈ ਸਰਦਾ ਆਦਿਕ ਗੁਣਾ ਦੇ ਸਹਿਤ ਜੋ ਗਿਆਨ ਆਦਿ ਗੁਣਾ ਦਾ ਗਾਹਕ ਹੋਵੇ, ਉਹੀ ਭਾਈ ਸਤ ਸੰਤੋਖ ਵਾਲਾ ਗੁਣ ਗਿਆਨ ਨੂੰ ਗੁਰਾਂਦੇ ਨੂੰ ਜਾਣਦਾ ਹੈ। ਅੰਮ੍ਰਿਤ ਸ਼ਬਦ ਨਾਮ ਵਿਖਾਣੈ। ਅਮਰ ਕਰਨ ਵਾਲਾ ਗੁਰੂ ਸਾਹਿਬ ਦਾ ਸ਼ਬਦ ਕਰਕੇ, ਪਰਮੇਸ਼ਰ ਦੇ ਉਪਦੇਸ਼ ਕਰਕੇ ਨਾਮ ਦਾ ਵਿਖਿਆਨ ਕਰੇ ਜੋ। ਸਾਚੀ ਬਾਣੀ ਸੂਚਾ ਹੋਇ। ਸੱਚੀ ਗੁਰਾਂ ਦੀ ਬਾਣੀ ਕਰਕੇ ਮਨ ਸੁੱਚਾ ਪਵਿੱਤਰ ਹੋ ਜਾਂਦਾ, ਨਿਰਵਿਕਾਰ ਹੋ ਜਾਂਦਾ ਹੈ। ਗੁਣ ਤੇ ਨਾਮ ਪ੍ਰਾਪਤ ਹੋਇ। ਜਿਹਦੇ ਸਰਦਾ ਆਦਿਕ ਗੁਣਾ ਪਾਸ ਹੈ, ਉਹਨਾਂ ਨੂੰ ਗੁਰਾਂ ਤੋਂ ਨਾਮ ਦੀ ਪ੍ਰਾਪਤੀ ਹੁੰਦੀ ਹੈ। ਗੁਣ ਅਮੂਲਕ ਪਾਏ ਨਾ ਜਾਏ। ਇਹ ਅਮੁੱਲ ਗੁਣ ਮੁੱਲ ਵਪਾਰ ਸਤ ਸੰਤੋਖ ਆਦਿ ਗੁਣ ਇਹ ਅਮੋਲਕ ਹੈ, ਆਪੋ ਆਦਮੀ ਦੇ ਪਾਸੋਂ ਕਿਸੇ ਤੋਂ ਪਾਏ ਨਹੀਂ ਜਾਂਦੇ ਹਨ। ਮਨ ਨਿਰਮਲ ਸਾਚੈ ਸ਼ਬਦ ਸਮਾਹਿ। ਜੇ ਸੱਚੇ ਗੁਰਾਂ ਦੇ ਸ਼ਬਦ ਦੀ ਕਮਾਈ ਕਰੇ ਤਾਂ ਮਨ ਨਿਰਮਲ ਹੋ ਜਾਂਦਾ, ਸੁੱਧ ਹੋ ਜਾਂਦਾ ਹੈ। ਫਿਰ ਸੱਚੇ ਦਾ ਸਮਾਹ ਆਨੰਦ ਪ੍ਰਾਪਤ ਹੋ ਜਾਂਦਾ ਹੈ, ਸੱਚੇ ਵਿੱਚ ਸਮਾ ਜਾਂਦਾ ਹੈ, ਮਿਲ ਜਾਂਦਾ ਹੈ। ਸੇਵਡ ਭਾਗੀ ਜਿਨ ਨਾਮ ਧਿਆਇਆ। ਉਹ ਬਹੁਤ ਭਾਗਾਂ ਵਾਲੇ ਹੈ ਭਾਈ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਧਿਆਨਾ ਕੀਤਾ ਹੈ। ਸਦਾ ਗੁਣ ਦਾਤਾ ਮਨ ਵਸਾਇਆ। ਸਦਾ ਸਦਾ ਜੋ ਸਤ ਸੰਤੋਖ ਦਿਆ ਧਰਮ ਆਦਿਕ ਗਿਆਨ ਆਦਿ ਗੁਣਾਂ ਦਾ ਦਾਤਾ ਹੈ, ਉਹ ਉਸ ਨੂੰ ਗੁਰਾਂ ਦੇ ਸ਼ਬਦ ਦੁਆਰਾ ਸਰਵਣ ਕਰਕੇ, ਜਿਨ੍ਹਾਂ ਨੂੰ ਮੰਨਣ ਕਰਕੇ ਵਸਾਇਆ ਕਮਾਉਣਾ ਕੀਤਾ ਹੈ। ਜੋ ਗੁਣ ਸੰਗ੍ਰਹਿ ਤਿਨ ਬਲਿਹਾਰੈ ਜਾ। ਜਿਹੜੇ ਭਾਈ ਸਤ ਸੰਤੋਖ ਦਿਆ ਧਰਮ ਆਦਿ ਗੁਣਾਂ ਨੂੰ ਸੰਗ੍ਰਹਿ ਇਕੱਤਰ ਕਰਦੇ ਹੈ, ਉਹਨਾਂ ਤੋਂ ਸੈਂਕੜੇ ਵਾਰੀ ਸਦਾ ਸਦਾ ਬਲਿਹਾਰ ਜਾਂਦੇ ਹਾਂ। ਦਰ ਸਾਚੈ ਸਾਚੇ ਗੁਣ ਗਾਓ। ਉਹ ਸੱਚੇ ਦਰ ਸਤਸੰਗਤ ਦੇ ਵਿੱਚ ਮਿਲ ਕਰਕੇ ਸੱਚੇ ਦੇ ਗੁਣਾਂ ਨੂੰ ਗਾਉਣਾ ਕਰੋ, ਇਉਂ ਗੁਣਾਂ ਨੂੰ ਇਕੱਤਰ ਕਰੋ, ਸਰਦਾ ਆਦਿ ਗੁਣਾਂ ਨੂੰ। ਸੱਚੇ ਦਰ ਸਾਚੈ ਸਾਚੇ ਗੁਣ ਗਾਓ। ਜੇ ਸੱਚੇ ਦੇ ਗੁਣਾਂ ਨੂੰ ਗਾਓਗੇ ਤਾਂ ਸੱਚੇ ਦੇ ਦਰ 'ਚ ਤੁਸੀਂ ਸਚਾਈ ਵਾਲੇ ਹੋਵੋਗੇ ਤੇ ਸੁਖ ਦੀ ਪ੍ਰਾਪਤੀ ਵਾਲੇ ਹੋਵੋਗੇ। ਦਰ ਅੰਦਰ ਹੀ ਸੱਚਾ ਹੈ ਤੁਰਿਆ ਪਦ ਵਿੱਚ, ਉਹ ਸੱਚੇ ਦੇ ਗੁਣਾਂ ਨੂੰ ਗਾਉਣਾ ਕਰੋ। ਸੱਚੇ ਦਰ ਸੰਗਤ 'ਚ ਮਿਲ ਕਰਕੇ ਸੱਚੇ ਦੇ ਗੁਣਾਂ ਨੂੰ ਗਾਉਣਾ ਕਰੋ। ਆਪੇ ਦੇਵੈ ਸਹਿਜ ਸੁਭਾਅ। ਆਪ ਹੀ ਜਿਨ੍ਹਾਂ ਨੂੰ ਗੁਰਾਂ ਦੁਆਰਾ ਬਖਸ਼ਦਾ ਹੈ, ਉਹ ਸ਼ਾਂਤੀ ਸੁਭਾਅ ਧਾਰ ਕੇ ਸੁਤੇ ਸਿੱਧ ਹਰ ਵਕਤ ਭਾਵ ਪ੍ਰਕਾਸ਼ ਸਰੂਪ ਜੁੜੇ ਰਹਿੰਦੇ ਹਨ। ਨਾਨਕ ਕੀਮਤ ਕਹਿਣ ਨਾ ਸਤਿਗੁਰੂ ਜੀ ਜਾਏ। ਕਹਿੰਦੇ ਉਸ ਵਾਹਿਗੁਰੂ ਦੇ ਉਪਕਾਰ ਦੀ ਕੀਮਤ ਮੁੱਲ ਨਹੀਂ ਕਿਹਾ ਜਾ ਸਕਦਾ। ਬੇਅੰਤ ਹੈ ਉਹ ਪਰਮੇਸ਼ਰ, ਉਹਦੇ ਗੁਣਾਂ ਦੀ ਵੀ ਦਾਤ ਦੀ ਬਖਸ਼ਿਸ਼ ਜਿੰਨੀ ਕਹੋ ਕਸਰ ਨਹੀਂ ਕੀਤੀ ਜਾਂਦੀ। ਆਸਾ ਮਹੱਲਾ ਤੀਜਾ। ਸਤਿਗੁਰ ਵਿੱਚ ਵੱਡੀ ਵਡਿਆਈ। ਸਤਿਗੁਰੂ ਅੰਗਦ ਦੇਵ ਮਹਾਰਾਜ, ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ, ਗੁਰੂ ਅਮਰਦਾਸ ਸਾਹਿਬ ਦਾ ਸਰੂਪ ਕਹਿੰਦੇ ਹਨ ਕਿ ਸਤਿਗੁਰਾਂ ਦੇ ਸਰੂਪ ਵਿੱਚ ਬਹੁਤ ਵੱਡੀ ਵਡਿਆਈ ਹੈ। ਚਿਰੀ ਵਿਛੁੰਨੇ ਮੇਲ ਮਿਲਾਈ। ਦੇਖੋ ਜਿਹੜੇ 84 ਲੱਖ ਜੂਨ ਦੇ ਵਿਛੜੇ ਹੋਏ ਸੀ, ਸਤਿਗੁਰ ਦੇ ਜਿਹੜੇ ਲੱਖਾਂ ਵਾਲਿਆਂ ਦੀ ਉਮਰ ਦੇ ਜੋ ਕਮਾਲ ਕੇ ਵਿਛੜੇ ਹੋਏ ਸੀ, ਤੇ ਤੇਰੇ ਜਿਹੜੇ ਲੋਕ 10,000 ਵਾਲੀ ਦੀ ਉਮਰ ਜਗ ਕਰਦੇ ਵੀ ਵਿਛੜੇ ਹੋਏ ਸੀ, ਦੁਆਪਰ ਦੀ ਪੂਜਾ ਕਰਦੇ ਹੋਏ 1000 ਵਾਲੀ ਦੀ ਉਮਰ 'ਚ ਵਿਛੜੇ ਹੋਏ ਸੀ, ਇਉਂ 84 ਲੱਖ ਜੂਨ 'ਚ ਭਰਮਦਿਆਂ ਨੂੰ ਚਿਰਾਂ ਦੇ ਵਿਛੜਿਆ ਹੋਇਆਂ ਦੇ ਤਾਈਂ ਮੇਲ ਮਿਲਾਈ। ਵਾਹਿਗੁਰੂ ਦੇ ਮੇਲ ਵਿੱਚ ਮਿਲਾ ਦਿੱਤਾ ਸਤਿਗੁਰਾਂ ਨੇ। ਆਪੇ ਮੇਲੇ ਮੇਲ ਮਿਲਾਏ। ਆਪ ਹੀ ਵਾਹਿਗੁਰੂ ਜਿਨ੍ਹਾਂ ਨੂੰ ਸਤਿਗੁਰਾਂ ਦੇ ਨਾਲ ਮਿਲਾਉਂਦਾ ਹੈ। ਸਤਿਗੁਰੂ ਸਾਹਿਬ ਜੀ ਉਹਨਾਂ ਨੂੰ ਨਾਮ ਦੇ ਨਾਲ ਮੇਲਦੇ ਹੈ। ਜਿਨ੍ਹਾਂ ਨੂੰ ਆਪ ਨਾਮ ਦੇ ਨਾਲ ਮੇਲਦੇ ਹੈ, ਉਹਨਾਂ ਨੂੰ ਆਪ ਦੇ ਮੇਲ ਵਿੱਚ ਮਿਲਾ ਲੈਂਦੇ ਸਰੂਪ ਵਿੱਚ। ਜਿਹੜੇ ਆਪ ਮੇਲੇ ਹੋਏ ਆ ਨਾ ਮਹਾਰਾਜ ਸਾਹਿਬ ਸਤਿਗੁਰਾਂ ਨੇ, ਉਹ ਆਪ ਵਾਹਿਗੁਰੂ ਵਿੱਚ ਮਿਲੇ ਹੋਏ ਹੈ ਤੇ ਹੋਰਨਾਂ ਨੂੰ ਵਾਹਿਗੁਰੂ ਦੇ ਮੇਲ 'ਚ ਮਿਲਾ ਦਿੰਦੇ ਹਨ। ਆਪਣੀ ਕੀਮਤ ਆਪੇ ਪਾਏ। ਆਪ ਦੀ ਕੀਮਤ ਨੂੰ ਪ੍ਰਾਪਤੀ ਨੂੰ ਮਹਾਰਾਜ ਸਾਹਿਬ ਆਪ ਹੀ ਪਾਉਂਦਾ ਹੈ। ਹਰ ਕੀ ਕੀਮਤ ਕਿਨ ਵਿਧ ਹੋ। ਇਹ ਸਤਿਗੁਰੂ ਹਰੀ ਦੀ ਜਿਹੜੀ ਕੀਮਤ ਹੈ ਕਿਹੜੀ ਵਿਧੀ ਨਾਲ ਉਸ ਦੀ ਪ੍ਰਾਪਤੀ ਦੀ ਹੋਵੇ। ਹਰ ਅਪਰੰਪਰ ਅਗਮ ਅਗੋਚਰ। ਫਿਰ ਗੁਰਸਿੱਖੋ ਹਰੀ ਪ੍ਰਕਿਰਤੀ ਤੋਂ ਪਰੇ ਹੈ ਅਤੇ ਅਗਮ ਮਨ ਦੀ ਗਮਤਾ ਤੋਂ ਪਰੇ ਹੈ, ਗੋਚਰ ਇੰਦਰੀਆਂ ਦੇ ਵਿਸ਼ੇ ਹੈ। ਗੁਰ ਕੈ ਸ਼ਬਦ ਮਿਲੈ ਜਨ ਕੋ। ਜੇ ਕਿਸੇ ਜਨ ਮਿਲਣਾ ਹੋਵੇ ਗੁਰੂ ਸਾਹਿਬ ਦੇ ਸ਼ਬਦ ਦੁਆਰਾ ਮਿਲ ਸਕਦਾ ਹੈ। ਸ਼ਬਦ ਵਿੱਚ ਜੁੜ ਕੇ ਆਪਾ ਭਾਵ ਮੇਟੇ ਤੇ ਫਿਰ ਵਾਹਿਗੁਰੂ ਦੀ ਜੋਤ ਸਾਰੇ ਆ ਰਹੀ ਹੈ। ਇਸ ਪ੍ਰਕਾਰ ਮਿਲਾਪ ਹੁੰਦਾ ਹੈ। ਰਹਾਉ ਗੁਰਮੁਖ ਕੀਮਤ ਜਾਣੈ ਕੋਈ। ਗੁਰਾਂ ਦੁਆਰਾ ਜਿਹੜਾ ਗੁਰਮੁਖ ਅਧਿਕਾਰੀ ਹੈ, ਕੋਈ ਆਪਾ ਭਾਵ ਮੇਟ ਕਰਕੇ
ਹਉਮੈ ਵਿੱਚ ਕੋਈ ਨਾ ਆਖੇ ਘਟ ਹਉਮੈ ਜਾਈਐ। ਇਹ ਕੋਈ ਕੀਮਤ ਜਾਣ ਸਕਦਾ ਉਹਦੀ ਪ੍ਰਾਪਤੀ ਦੀ। ਵਿਰਲੇ ਕਰਮ ਪ੍ਰਾਪਤ ਹੋਏ। ਬਿਰਲੇ ਬਿਰਲੇ ਪੁਰਖਾਂ ਦੇ ਕਰਮ ਜਿਨ੍ਹਾਂ ਨਿਸ਼ਕਾਮ ਕਰਮ ਕੀਤੇ ਹੈ ਉਹਨਾਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਉੱਚੀ ਬਾਣੀ ਉੱਚਾ ਹੋਏ। ਇਹ ਸਤਿਗੁਰਾਂ ਦੀ ਤਿੰਨਾਂ ਗੁਣਾਂ ਨੂੰ ਅਤੀਤ ਕਰਨ ਵਾਲੀ ਉੱਚੀ ਬਾਣੀ ਹੈ। ਇਹਦੇ ਕਰਕੇ ਜਿਨ੍ਹਾਂ ਦਾ ਮਨ ਤਿੰਨਾਂ ਗੁਣਾਂ ਦੀ ਕੈਦ ਤੋਂ ਛੁੱਟ ਕੇ ਉੱਚਾ ਹੋ ਜਾਵੇ, ਤੁਰਿਆ ਪਾਦੀ ਪਛਾਣ ਵਾਲਾ। ਗੁਰਮੁਖ ਸ਼ਬਦ ਵਖਾਣੈ ਕੋਈ। ਉਹ ਗੁਰਾਂ ਦੁਆਰਾ ਗੁਰਮੁਖ ਬਣ ਕੇ ਸ਼ਬਦ ਦਾ ਵਿਖਿਆਨ ਕਰਦਾ ਹੈ। ਬਿਨ ਨਾਵੈ ਦੁਖ ਦਰਦ ਸਰੀਰ। ਨਾਮ ਤੋਂ ਬਿਨਾਂ ਦੁੱਖ ਰਹਿੰਦਾ ਹੈ ਸਰੀਰ ਵਿੱਚ ਵੀ, ਦਰਦ ਅਵਿਦਿਆ ਦੀਆਂ ਪੀੜਾ ਰਹਿੰਦੀਆਂ ਮਨ ਵਿੱਚ ਵੀ। ਸਤਿਗੁਰ ਭੇਟੇ ਤਾਂ ਉਤਰੈ ਪੀਰ। ਜੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਨਾਲ ਮਿਲ ਜਾਵੇ ਤਾਂ ਇਹਦੀ ਹਉਮੈ ਦੀਆਂ ਪੀੜਾਂ ਤੇ ਅਵਿਦਿਆ ਦੀਆਂ ਪੀੜਾਂ ਮਿਟਦੀਆਂ ਹਨ। ਬਿਨ ਗੁਰ ਭੇਟੇ ਦੁਖ ਕਮਾਏ। ਸਤਿਗੁਰੂ ਸਾਹਿਬ ਦੇ ਨਾਲ ਮਿਲੇ ਤੋਂ ਬਿਨਾਂ ਜਿੰਨੀ ਇਹ ਕਮਾਈ ਕਰਦਾ ਦੁਖਦਾਇਕ ਹੀ ਕਮਾਈ ਕਰਦਾ ਹੈ, ਜੰਮਣ ਮਰਨ ਦੇਣ ਵਾਲੀ। ਮਨਮੁਖ ਬਹੁਤੀ ਮਿਲੈ ਮਨੁੱਖ ਸਜਾਏ। ਹੋਣੇ ਕਰਕੇ ਆਪਣੀ ਮੱਤ ਵਰਤਦਾ ਹੈ, ਇਸ ਕਰਕੇ ਬਹੁਤੀ ਸਜ਼ਾ ਉਹਨੂੰ ਲੋਕ ਪਰਲੋਕ ਵਿੱਚ ਮਿਲਦੀ ਹੈ। ਅੰਤ ਨੂੰ ਜਮਾਂ ਦੀ, ਇੱਥੇ ਵਕਾਰਾਂ ਦੀ। ਹਰ ਕਾ ਨਾਮ ਮੀਠਾ ਅਤ ਰਸ ਜਿਨ੍ਹਾਂ ਹੋਏ। ਨੂੰ ਪਰਮੇਸ਼ਰ ਦਾ ਨਾਮ ਮਿੱਠਾ ਅਤਿਅੰਤ ਰਸਦਾਇਕ ਪ੍ਰੇਮ ਦੇ ਸਹਿਤ ਪ੍ਰਾਪਤ ਹੋਵੇ। ਪੀਵਤ ਰਹਿ ਪੀਆਏ ਸੋ ਸੋ। ਪਰਮੇਸ਼ਰ ਜਿਨ੍ਹਾਂ ਨੂੰ ਪਿਆਉਂਦਾ ਉਹ ਪੀਂਦੇ ਰਹਿੰਦੇ, ਹਰ ਵਕਤ ਨਾਮ ਰੱਖਦੇ ਤਾਂ ਹੀ, ਤੇ ਉਹ ਹੋਰਨਾਂ ਦੇ ਤਾਂ ਹੀ ਪਿਆਉਂਦੇ ਤੇ ਆਪ ਵੀ ਪੀਂਦੇ ਰਹਿੰਦੇ ਹਨ। ਗੁਰ ਕਿਰਪਾ ਤੇ ਹਰ ਰਸ ਇਹ ਪਾਏ। ਭਾਈ ਪਰਮੇਸ਼ਰ ਦਾ ਰਸ ਹੈ ਜਿਹੜਾ ਗੁਰਾਂ ਦੀ ਕਿਰਪਾ ਕਰਕੇ ਪਾਈਦਾ ਹੈ। ਨਾਨਕ ਨਾਮ ਰਤੇ ਗਤ ਪਾਏ। ਸਤਿਗੁਰੂ ਜੀ ਕਹਿੰਦੇ ਜੋ ਨਾਮ ਵਿੱਚ ਰੰਗੇ ਉਹ ਮੁਕਤੀ ਦੇ ਤਾਂ ਹੀ ਪ੍ਰਾਪਤ ਕਰਦੇ ਹਨ। ਆਸਾ ਮਹੱਲਾ ਤੀਜਾ। ਮੇਰਾ ਪ੍ਰਭ ਸਾਚਾ ਗਹਿਰ ਇਹ ਗੰਭੀਰ। ਪਿਆਰਿਓ ਮੇਰਾ ਪ੍ਰਭੂ ਸੱਚਾ ਤ੍ਰਿਕਾਲ ਵਾਹ ਰੂਪ ਤਿੰਨਾਂ ਕਾਲਾਂ 'ਚ ਨਾਂ ਨਾਸ ਹੋਣ ਵਾਲਾ ਹੈ ਅਤੇ ਗਹਿਰ ਨਿਰਹਲ ਹੈ, ਗੰਭੀਰ ਡੂੰਘਾ ਹੈ, ਆਤੁਲ ਆਸਪਰਸ਼ ਹੈ, ਤੋਲਣ ਤੋਂ ਰਹਿਤ ਹੈ, ਪਰਸਨ ਤੋਂ ਰਹਿਤ ਹੈ। ਸੇਵਤ ਹੀ ਸੁਖ ਸ਼ਾਂਤ ਸਰੀਰ। ਜਿਹੜੇ ਮਹਾਰਾਜ ਸਾਹਿਬ ਦਾ ਸੇਵਨ ਕਰਦੇ ਹੈ ਉਹਨਾਂ ਨੂੰ ਸੁਖ ਪ੍ਰਾਪਤ ਹੁੰਦਾ ਮਨ ਵਿੱਚ, ਸਰੀਰ 'ਚ ਵੀ ਸ਼ਾਂਤੀ ਆਪ ਪ੍ਰਾਪਤ ਹੁੰਦੀ ਹੈ, ਵਿਸ਼ੇ ਨਹੀਂ ਤਪਾਉਂਦੇ ਉਹਨਾਂ ਨੂੰ। ਸ਼ਬਦ ਤਰੇ ਜਨ ਸਹਿਜ ਗੁਰਾਂ ਸੁਭਾਅ। ਦੇ ਸ਼ਬਦ ਕਰਕੇ ਜਨ ਸਾਹਿ ਸ਼ਾਂਤੀ ਸੁਭਾਅ ਕਰਕੇ ਜੋ ਜਾਪ ਕਰਦੇ ਹੈ ਉਹ ਤਰ ਗਏ ਸੰਸਾਰ ਤੋਂ। ਤਿਨ ਕੈ ਹਮ ਸਾਧ ਲੱਗ ਹੈ ਉਹਨਾਂ ਪਾਏ। ਪਿਆਰਿਆਂ ਦੇ ਅਸੀਂ ਸਦਾ ਚਰਨੀ ਲੱਗੀਏ, ਧੰਨੋ ਗੁਰਮੁਖ ਸਿੱਖ ਹਨ ਜੋ ਮਨ ਰਾਤੇ ਹਰ ਰੰਗ ਜਿਹੜੇ ਲਾਏ। ਭਾਈ ਹਰੀ ਦੇ ਵਿੱਚ ਪ੍ਰੇਮ ਲਾ ਕੇ ਮਨ ਕਰਕੇ ਰੰਗੇ ਹੋਏ ਆ ਸੱਚੇ ਪਾਤਸ਼ਾਹ ਦੇ ਨਾਲ। ਹਰ ਰੰਗ ਲਾਏ। ਹਰੀ ਦੇ ਨਾਲ ਰੰਗ ਪ੍ਰੇਮ ਲਾ ਕੇ ਜਿਹੜੇ ਮਨ ਕਰਕੇ ਉੱਤੇ ਹੋਏ ਹੈ, ਤਿਨ ਕਾ ਜਨਮ ਮਰਨ ਦੁਖ ਲਾਥਾ। ਉਹਨਾਂ ਦਾ ਜਿਹੜਾ ਜੰਮਣ ਮਰਨ ਦਾ ਦੁੱਖ ਹੈ ਲੈ ਗਿਆ ਹੈ, ਮਿਟ ਗਿਆ ਹੈ। ਤੇ ਹਰ ਦਰਗਹ ਮਿਲੇ ਉਹ ਸੁਭਾਏ। ਹਰੀ ਦਰਗਾਹ 'ਚ ਸ਼ਾਂਤੀ ਸੁਭਾਅ ਧਾਰ ਕੇ ਸੁਭਾਅ ਪ੍ਰਕਾਸ਼ ਰੂਪ ਵਿੱਚ ਮਿਲ ਗਏ ਹਨ। ਰਹਾਉ ਸ਼ਬਦ ਚਾਖੈ ਸਾਚਾ ਸਾਧ ਪਾਏ। ਜਿਹੜਾ ਗੁਰੂ ਸਾਹਿਬ ਦੇ ਸ਼ਬਦ ਨੂੰ ਚੱਖਦਾ ਧਾਰਨ ਕਰਦਾ ਹੈ ਉਹ ਸੱਚਾ ਸਵਾਦ ਆਨੰਦ ਪ੍ਰਾਪਤ ਕਰਦਾ ਹੈ। ਹਰ ਕਾ ਨਾਮ ਮਨ ਵਸਾਏ। ਹਰੀ ਪਰਮੇਸ਼ਰ ਦੇ ਨਾਮ ਨੂੰ ਮਨ ਦੇ ਵਿੱਚ ਵਸਾਉਣਾ ਕਰੇ, ਮੰਨਣ ਕਰਕੇ ਹਰ ਪ੍ਰਭ ਸਦਾ ਰਹਾ ਭਰਪੂਰ। ਉਹਨਾਂ ਦੀ ਤਾਂ ਹੀ ਦਿਵ ਦ੍ਰਿਸ਼ਟੀ ਜਾਗ ਪੈਂਦੀ ਹੈ ਕਿ ਹਰੀ ਪ੍ਰਭੂ ਪਰਮੇਸ਼ਰ ਸਦਾ ਸਾਰੇ ਵਿਆਪਕ ਲਵਾਲਾ ਭਰ ਰਿਹਾ ਹੈ। ਆਪੇ ਨੇੜੇ ਆਪੇ ਆਪ ਹੀ ਦੂਰ। ਗੁਰਮੁਖਾਂ ਦੇ ਨੇੜੇ ਵਸਦਾ ਹੈ, ਮਨੁੱਖਾਂ ਨੂੰ ਦੂਰ ਹੈ ਉਹ। ਆਖਣ ਆਖੈ ਬਕੈ ਸਭ ਕੋ। ਆਖਣ ਅਖਿਆਣਾ ਨੂੰ ਤਾਂ ਸਭ ਕੋਈ ਕਹੀ ਜਾਂਦਾ ਹੈ, ਬਗਤਾ ਹੋ ਕੇ ਬਖਤਬ ਵੀ ਸਭ ਕੋਈ ਕਰਦਾ ਦਿਸਦਾ ਹੈ। ਆਪੇ ਬਖਸ਼ ਮਿਲਾਏ ਸੋ। ਜਿਨ੍ਹਾਂ ਨੂੰ ਸੰਸਾਰ ਦੇ ਰੱਖਿਆ ਵਾ ਤੇ ਆਪ ਗੁਰੂ ਸਰੂਪ ਬਖਸ਼ਿਆ ਹੈ, ਜਿਹਨੂੰ ਗੁਰੂ ਸਾਹਿਬ ਜੀ ਆਪ ਬਖਸ਼ਦੇ ਹੈ ਉਹਨਾਂ ਨੂੰ ਪਰਮੇਸ਼ਰ ਦੇ ਨਾਲ ਮਿਲਾ ਦਿੰਦੇ ਹਨ। ਕਹਿਣਾ ਕਥਨ ਨਾ ਪਾਇਆ ਜੇ ਜਾਏ। ਬਾਹਰੀਆਂ ਕਥਾ ਕਰਨੀਆਂ ਸਿੱਖ ਲਈਏ, ਇਸ ਪ੍ਰਕਾਰ ਕਥਨ ਦੇ ਕਹਿਣੇ ਕਰਕੇ ਵੀ ਸ਼ਕਤੀ ਬਿਰਤੀ ਕਰਕੇ ਉਸ ਪਰਮੇਸ਼ਰ ਨੂੰ ਪਾਇਆ ਨਹੀਂ ਜਾਂਦਾ ਹੈ। ਗੁਰ ਪ੍ਰਸਾਦ ਵਸੈ ਮਨ ਇਹ ਤਾਂ ਆਏ। ਸਤਿਗੁਰਾਂ ਦੀ ਜਦੋਂ ਕਿਰਪਾ ਹੋਵੇ ਤਾਂ ਮਨ 'ਚ ਗੁਰਾਂ ਦਾ ਉਪਦੇਸ਼ ਆ ਕੇ ਵਸਦਾ ਹੈ। ਗੁਰਮੁਖ ਵਿੱਚੋਂ ਆਪ ਗਵਾਏ। ਜਿਹੜੇ ਗੁਰਮੁਖਾਂ ਵਿੱਚੋਂ ਆਪਾ ਭਾਵ ਹੰਕਾਰ ਮੇਟ ਦਿੰਦੇ ਹਨ। ਹਰ ਰੰਗ ਰਾਤੇ ਮੋਹ ਚੁਕਾਏ। ਹਰੀ ਦੇ ਪ੍ਰੇਮ 'ਚ ਰੰਗੇ ਹੋਏ ਸਰੀਰਾਂ ਦਾ ਮੋਹ, ਸੰਬੰਧੀਆਂ ਦਾ ਮੋਹ ਵੀ ਚੱਕ ਦਿੰਦੇ ਆ ਹਿਰਦੇ 'ਚੋਂ। ਅਤ ਨਿਰਮਲ ਗੁਰ ਸ਼ਬਦ ਵਿਚਾਰ। ਅਤਿਅੰਤ ਉਜਲ ਗੁਰੂ ਸਾਹਿਬ ਦਾ ਸ਼ਬਦ ਹੈ,
ਇਸ ਦੀ ਵਿਚਾਰ ਕਰਦੇ ਹਨ। ਨਾਨਕ ਨਾਮ ਸਵਾਰਨਹਾਰ। ਸਤਿਗੁਰੂ ਸਾਹਿਬ ਜੀ ਕਹਿੰਦੇ ਸ਼ਬਦ ਨਾਮ ਸੰਸਾਰ ਦਾ ਹੈ। ਸੰਸਾਰ ਦੇ ਅੰਦਰ ਗੁਰਾਂ ਦੇ ਉਪਦੇਸ਼ ਨੂੰ ਵਿਚਾਰਦੇ ਅਤਿਅੰਤ ਉਜਲ ਹਨ। ਉਹ ਨਾਨਕ ਨਾਮ ਸਵਾਰਨਹਾਰ। ਪਰਮੇਸ਼ਰ ਦਾ ਨਾਮ ਹੀ ਸਤਿਗੁਰੂ ਸਾਹਿਬ ਜੀ ਕਹਿੰਦੇ ਸਵਾਰਨ ਵਾਲਾ ਹੈ। ਜੀਵਨ ਦੇ ਤਾਈ ਵਿਕਾਰਾਂ ਵੱਲੋਂ ਅਤੇ ਵਿਕਾਰ ਦੁਨੀਆ ਦੇ ਹੋਰ ਅਨੰਤ ਪ੍ਰਕਾਰ ਦੇ ਹਮਕਾਰਕ ਸੁਭਾਅ ਵੱਲੋਂ ਸਵਾਰਨ ਵਾਲਾ ਜੀਵਨ ਨੂੰ ਪਰਮੇਸ਼ਰ ਦਾ ਨਾਮ ਹੀ ਸਤਿਗੁਰੂ ਅਮਰਦਾਸ ਜੀ ਫਰਮਾਉਂਦੇ ਹਨ। ਆਸਾ ਮਹੱਲਾ ਤੀਜਾ। ਦੂਜੈ ਭਾਏ ਲੱਗੇ ਦੁੱਖ ਪਾਇਆ। ਜਿਹੜੇ ਭਾਈ ਦੁਆਇਤ ਭਾਗ ਲੱਗੇ ਹਰ ਵਕਤ ਜੁਦੇਗੀ ਪਾਈ ਰੱਖਦੇ ਐ, ਫੁੱਟੀ ਪਾਈ ਰੱਖਦੇ ਐ। ਦੂਜੇ ਸ਼ਬਦ ਸਪਰਸ਼ ਉਪਰਾ ਸਗਤ ਵਿਸ਼ਿਆਂ ਦੇ ਭਾਵ ਪ੍ਰੇਮ 'ਚ ਲੱਗੇ ਐ। ਉਹਨਾਂ ਨੂੰ ਜੰਮਣ ਮਰਨ ਦਾ ਦੁੱਖ ਹੀ ਪਾਉਣਾ ਕੀਤਾ ਹੈ। ਬਿਨ ਸ਼ਬਦੈ ਬਿਰਥਾ ਜਨਮ ਗਵਾਇਆ। ਬਿਨਾਂ ਸ਼ਬਦੈ ਸ਼ਬਦ ਦੀ ਕਮਾਈ ਤੋਂ ਬਗੈਰ ਮਹਾਰਾਜ ਜੀ ਤੋਂ ਜਨਮ ਆਪਦੇ ਨਿਸਫਲ ਗਵਾ ਲਿਆ ਹੈ ਉਹਨਾਂ ਨੇ। ਸਤਿਗੁਰ ਸੇਵੈ ਸੋਝੀ ਹੋ। ਜੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਟਹਿਲ ਕਰਨ ਤਾਂ ਸੋਝੀ ਸਮਝ ਹੋ ਸਕਦੀ ਹੈ ਪਰਮਾਰਥ ਦੀ। ਦੂਜੈ ਭਾਏ ਨਾ ਲਾਗੈ ਕੋਈ। ਫਿਰ ਉਹ ਦੁਆਇਤ ਭਾਅ ਜਿਹਨਾਂ ਨੂੰ ਸਮਝ ਹੋ ਜੇ ਉਹ ਦੁਆਇਤ ਭਾਅ ਚ ਲੱਗਦਾ ਦੇਵੀ ਦੇਵਤਾ ਦੀ ਉਪਾਸਨਾ ਨਹੀਂ ਕਰਦੇ ਹਨ। ਕੋ ਹੁੰਨੇ ਦੀ, ਕੋ ਬੰਨੇ ਦੀ, ਕੋ ਪਹਾੜਾਂ ਵਾਲੀ ਦੀ। ਮੂਲ ਲਾਗੇ ਸੇ ਜਨ ਪਰਵਾਨ। ਜਿਹੜੇ ਮੂਲ ਰੂਪ ਨਾਮ ਹੈ, ਮੁੱਢ ਜੋ ਪਰਮੇਸ਼ਰ ਦਾ ਨਾਮ ਹੈ, ਇਸ ਵਿੱਚ ਲੱਗੇ ਉਹ ਪ੍ਰਮਾਣ ਨੀਕ ਹਨ। ਮੁੱਢ ਜਨਮ ਤੋਂ ਲਾ ਕੇ ਜਿਹੜੇ ਭਜਨ ਬੰਦਗੀ 'ਚ ਲੱਗੇ ਹੈ ਉਹ ਪ੍ਰਮਾਣ ਨੀਕ ਹਨ। ਮੂਲ ਰੂਪ ਜੋ ਪਰਮੇਸ਼ਵਰ ਹੈ ਉਸ ਵਿੱਚ ਜਿਹੜੇ ਲੱਗੇ ਉਹ ਪ੍ਰਮਾਣ ਨੀਕ ਹਨ। ਅਨ ਦਿਨ ਰਾਮ ਨਾਮ ਜਪ ਹਿਰਦੈ। ਰਾਮ ਨਾਮ ਦੇ ਤਾਂ ਹੀ ਰਾਤ ਨੇ ਹਿਰਦੇ ਨਾਲ ਜਪਦੇ ਆ ਰਾਤ ਨੇ। ਗੁਰ ਸ਼ਬਦੀ ਹਰ ਏਕੋ ਜਾਨ। ਗੁਰਾਂ ਦੇ ਸ਼ਬਦ ਦੀ ਕਮਾਈ ਕਰਕੇ ਇੱਕੋ ਹੀ ਹਰੀ ਸਾਰਿਆਂ ਤੋਂ ਉਹਨਾਂ ਨੂੰ ਜਾਣਿਆ ਹੈ। ਰਹਾਉ ਡਾਲੀ ਲਾਗੈ ਨਿਹ ਫਲ ਜਾਏ। ਜਿਹੜੇ ਭਾਈ ਮੁੱਢ ਨੂੰ ਛੱਡ ਕੇ ਡਾਲੀਆਂ ਨੂੰ ਚਿੰਬੜਦੇ ਆ ਉਹਨਾਂ ਨੂੰ ਨਿਸਫਲ ਜਾਂਦਾ ਜੋ ਕੋ ਕਰਦੇ ਆ। ਡਾਲੀਆਂ ਵੀ ਬ੍ਰਹਮ ਪਾਤੀ ਵਿਸ਼ਨੂੰ ਡਾਰੀ ਫੂਲ ਸ਼ੰਕਰ ਦੇਵ ਵਿਸ਼ਨੂੰ ਆਦਿਕ ਜਿਹੜੇ ਡਾਲੀਆਂ ਦੀ ਨਿਆਈ ਹੈ। ਜਿਹੜੇ ਦੇਵੀ ਦੇਵਤਿਆਂ ਦੀ ਉਪਾਸਨਾ ਕਰਦੇ ਉਹ ਡਾਲੀਆਂ ਦੀ ਪੂਜਾ ਕਰਦੇ ਹੈ। ਸੋ ਇਸ ਪ੍ਰਕਾਰ ਡਾਲੀ ਲੱਗਾ ਜਿਹੜਾ ਦੇਵੀ ਦੇਵਤਿਆਂ ਦੀ ਉਪਾਸਨਾ ਡਾਲੀਆਂ 'ਚ ਲੱਗਦਾ ਹੈ ਉਹਦੀ ਜਿਹੜੀ ਸੇਵਾ ਕੀਤੀ ਸਾਰੀ ਨਿਸਫਲ ਜਾਂਦੀ ਹੈ। ਮੁਕਤ ਨਹੀਂ ਕੋਈ ਕਰ ਸਕਦਾ। ਅੰਧੀ ਕੰਮੀ ਅੰਧ ਸਜਾਏ। ਅੰਧਤਾਈ ਵਾਲੇ ਕੰਮ ਪੱਥਰਾਂ ਦੀ ਪੂਜਾ ਕਰਨੀ ਅੰਧੀ ਉਹਨਾਂ ਨੂੰ ਸਜ਼ਾ ਮਿਲਦੀ ਫਿਰ ਪੱਥਰ ਹੀ ਹੱਥ 'ਚ ਫੜਾ ਦਿੰਦਾ ਵੀ ਲੈ ਸਾਹਿਬ ਇਹਦੀ ਪੂਜਾ ਕਰਦਾ ਰਿਹਾ। ਸੋ ਇਸ ਪ੍ਰਕਾਰ ਉਹਨੇ ਜਾਂ ਪੱਥਰ ਦੀ ਜੂਨ 'ਚ ਪਾ ਦਿੰਦਾ। ਇਸ ਪ੍ਰਕਾਰ ਅਗਿਆਨੀਆਂ ਨੂੰ ਉਹਦੇ ਕੰਮਾਂ ਕਰਨੇ ਕਰਕੇ ਅੰਧਤਾਈ ਦੀ ਅਗਿਆਨਤਾਈ ਦੀ ਸਜ਼ਾ ਮਿਲਦੀ ਉਹਨੇ ਮੂੰਹ। ਮਨਮੁਖ ਅੰਧਾ ਠੌਰ ਨਾ ਪਾਏ। ਜਿਹੜਾ ਮਨਮੁਖ ਗਿਆਨੀ ਹੈ ਉਹ ਪਰਲੋਕ 'ਚ ਥਾਂ ਨਹੀਂ ਪਾਉਂਦਾ ਹੈ। ਇਹ ਲੋਕ 'ਚ ਵੀ ਮਨੁੱਖਾ ਜਨ ਰੂਪੀ ਥਾਂ ਨਹੀਂ ਫੇਰ ਪ੍ਰਾਪਤ ਹੁੰਦਾ। ਸਤਸੰਗਤ ਵਿੱਚ ਚਿੱਤ ਦਾ ਜਿਹੜਾ ਠਹਿਰਨਾ ਤੁਰਿਆ ਪਦ ਵਿੱਚ ਇਸ ਤਰ੍ਹਾਂ ਥਾਂ ਨਹੀਂ ਪਾ ਸਕਦਾ ਗਿਆਨੀ। ਬਿਸ਼ਟਾ ਕਾ ਕੀੜਾ ਬਿਸ਼ਟਾ ਮਾਹੇ ਪਚਾਏ। ਜਿਸ ਪ੍ਰਕਾਰ ਮੈਲੇ ਦਾ ਜਿਹੜਾ ਕੀੜਾ ਉਹ ਮੈਲੇ ਵਿੱਚ ਹੀ ਪਚਿਆ ਰਹਿੰਦਾ ਸੜਿਆ ਰਹਿੰਦਾ ਹੈ ਇਸੇ ਪ੍ਰਕਾਰ ਵਿਸ਼ਿਆਂ ਰੂਪੀ ਬਿਸ਼ਟਾ ਦੇ ਮਾਤਾ ਦੇ ਗਰਭ ਦੇ ਕੀੜੇ ਹੈ ਤੇ ਇੱਥੇ ਭਾਈ ਵਿਸ਼ਿਆਂ ਦੇ ਵਿੱਚ ਹੀ ਪਚੇ ਰਹਿੰਦੇ ਸੜੇ ਰਹਿੰਦੇ ਹਨ। ਗੁਰ ਕੀ ਸੇਵਾ ਸਦਾ ਸੁਖ ਪਾਏ। ਸਤਿਗੁਰੂ ਸਾਹਿਬ ਦੀ ਜਿਹੜਾ ਸੇਵਾ ਟਹਿਲ ਕਰੇ ਉਹ ਸਦਾ ਰਹਿਣ ਵਾਲਾ ਸੁਖ ਆਤਮਾਨੰਦ ਨੂੰ ਪਾ ਸਕਦਾ ਹੈ। ਸੰਤ ਸੰਗਤ ਮਿਲ ਹਰ ਗੁਣ ਗਾਏ। ਮਹਾਤਮਾ ਦੀ ਸੰਗਤ ਮਿਲ ਕਰਕੇ ਜੇ ਹਰੀ ਦੇ ਗੁਣਾਂ ਨੂੰ ਗਾਉਣਾ ਕਰੇ। ਨਾਮੇ ਨਾਮ ਕਰੇ ਵਿਚਾਰ। ਨਾਮ ਪਰਮੇਸ਼ਰ ਦੇ ਰਾਈ ਨਾਮ ਜੋ ਪ੍ਰਸਿੱਧ ਹੈ ਨਾਮੀ ਦਾ ਨਾਮ ਉਸ ਦਾ ਹੀ ਵਿਚਾਰ ਕਰੇ ਉਸੇ ਦਾ ਚਿੰਤਨ ਕਰੇ। ਆਪ ਤਰੈ ਕੁਲ ਉਧਰਨਹਾਰ। ਆਪ ਵੀ ਉਹ ਮੁਕਤ ਹੋ ਜਾਂਦਾ। ਉਹਦੀਆਂ ਕੁਲਾਂ ਵੀ ਉਹਦੀ ਸੰਗਤ ਕਰਕੇ ਉਹਦੇ ਨਿਵਾਲੀਆਂ ਬਣ ਜਾਂਦੀਆਂ। ਕੁਲਾਂ ਦਾ ਵੀ ਆਧਾਰ ਕਰ ਲੈਂਦਾ ਹੈ। ਗੁਰ ਕੀ ਬਾਣੀ ਨਾਮ ਵਜਾਏ। ਗੁਰਾਂ ਦੀ ਬਾਣੀ ਕਰਕੇ ਨਾਮ ਨੂੰ ਪ੍ਰਗਟ ਕਰੇ। ਸ੍ਰੀ ਗੁਰੂ ਸਾਹਿਬ ਜੀ ਦੀ ਅੰਮ੍ਰਿਤ ਰੂਪ ਬਾਣੀ ਦੁਆਰਾ ਨਾਮ ਹਿਰਦੇ 'ਚ ਪ੍ਰਗਟ ਕਰੇ ਐਸਾ ਜਾਪ ਕਰੇ। ਨਾਨਕ ਮਹਿਲ ਸ਼ਬਦ ਘਰ ਪਾਏ। ਗੁਰਾਂ ਦੇ ਸ਼ਬਦ ਕਰਕੇ ਮਹਲ ਸਰੂਪ ਨੂੰ ਘਰ ਸਰੀਰ ਦੇ ਵਿੱਚ ਹੁੰਦਾ ਹੋਇਆ ਹੀ ਘਰ ਹਿਰਦੇ ਵਿੱਚੋਂ ਹੀ ਮਹਲ ਸਰੂਪ ਨੂੰ ਤੁਰਿਆ ਪਦ ਨੂੰ ਪਾ ਲਵੇ। ਗੁਰਮਤਿ ਸਤ ਸਰ ਹਰ ਜਲ ਨਹਾਇਆ। ਜਿਨ੍ਹਾਂ ਨੇ ਗੁਰਮਤਿ ਨੂੰ ਸਤ ਸਮਝਿਆ ਇਹ ਸੱਚਾ ਸਰੋਵਰ ਹੈ। ਸਤ ਸੰਤੋਖ ਆਦਿਕਾਂ ਦਾ ਸਰੋਵਰ ਹੈ। ਗੁਰੂ ਸਾਹਿਬ ਦੀ ਗੁਰਮਤਿ ਹੈ ਜਿਹੜੀ ਤੇ ਹਰੀ ਦਾ ਨਾਮ ਜਲ ਹੈ।
ਸੁਣਿਆ ਮੰਨਿਆ ਮਨ ਕੀਤਾ ਭਾਵ ਇਹ ਇਸ਼ਨਾਨ ਕੀਤਾ ਹੈ ਜਿਨ੍ਹਾਂ ਨੇ। ਦੁਰਮਤ ਮੈਲ ਸਭ ਦੁਰਤ ਗਵਾਇਆ। ਉਹਨਾਂ ਦੀ ਖੋਟੀ ਮਾਦੀ ਮੈਲ ਨੂੰ, ਦੁਰਮਤ ਮੈਲ ਨਾਲ ਉਤਰੇ ਕਿਉਂ ਤੀਰਥ ਨਹਾਈ ਹੈ, ਖੋਟੀ ਮਾਦੀ ਮੈਲ ਨੂੰ ਤੇ ਸਾਰੇ ਦੁਰਤ ਦੁਆਇਤ ਵਿੱਚ ਜਿਸ ਕਰਕੇ ਪ੍ਰੀਤੀ ਹੋਏ ਉਹ ਪਾਪ, ਸਾਰਿਆਂ ਪਾਪਾਂ ਨੂੰ, ਖੋਟੀ ਮਾਦੀ ਮੈਲ ਨੂੰ, ਸ਼ਰਾਬ ਪੀਣੀ, ਪਰਾਏ ਘਰ ਨੂੰ ਤੱਕਣਾ, ਇਹ ਦੁਰਮਤ ਹੈ। ਇਸ ਮੈਲ ਨੂੰ ਵੀ ਗਵਾ ਲਿਆ ਹੈ ਤੇ ਦੁਰਤ ਪਾਪਾਂ ਨੂੰ ਵੀ ਸਾਰਿਆਂ ਨੂੰ ਗਵਾ ਲਿਆ ਹੈ ਉਹਨਾਂ ਨੇ। ਆਸਾ ਮਹੱਲਾ ਤੀਜਾ ਮਨਮੁਖ ਮਰਹਿ ਮਰ ਮਰਨ ਵਿਗਾੜ ਹੈ। ਇਹ ਭਾਈ ਮਨਮੁਖ ਜਦੋਂ ਮਰਦੇ ਹੈ ਉਹ ਆਪ ਤਾਂ ਮਰ ਜਾਂਦੇ ਹੈ, ਹੋਰ ਆਪ ਦੇ ਮਰਨ ਨੂੰ ਵਿਗਾੜ ਜਾਂਦੇ ਹੈ। ਜਿਸ ਆਦਮੀ ਦੇ ਮਰਨ ਤੋਂ ਸਾਧ ਸੰਗਤ ਜੀ ਖੂਨ ਹੋਣ ਤੋਂ ਕਈ ਕੈਦ ਹੋ ਜਾਣ ਤੇ ਕਈਆਂ ਨੂੰ ਫਾਂਸੀ ਦਿੱਤੀ ਜਾਵੇ, ਕਈਆਂ ਨੂੰ ਇਸੇ ਪ੍ਰਕਾਰ ਕਾਲੇ ਪਾਣੀ ਦਿੱਤੇ ਜਾਣ, ਉਹ ਆਪ ਮਰ ਜਾਂਦੇ ਹੈ। ਮਰ ਕੇ ਮਰਨਾ ਹੀ ਵਿਗਾੜ ਜਾਂਦੇ ਹੈ ਨਾ, ਹੋਰਨਾਂ ਨੂੰ ਵੀ ਕੈਦ ਪਾ ਜਾਣਾ, ਆਪ ਵੀ ਮਰ ਜਾਣਾ, ਇਹ ਮਰਨਾ ਵਿਗਾੜਨਾ ਹੈ। ਇਸੇ ਪ੍ਰਕਾਰ ਮਨੁੱਖ ਲੋਕ ਜਿਹੜੇ ਹੈ ਉਹ ਆਪ ਕਾਮ ਕ੍ਰੋਧ ਦੇ ਮਾਰੇ ਹੋਏ ਮਰਦੇ ਹੈ, ਮਰ ਕੇ ਆਪਦੇ ਮਰਨ ਨੂੰ ਸੁਧਾਰਦੇ ਨਹੀਂ। ਜਿਹਦੇ ਮਰਨ ਮਗਰੋਂ ਭਜਨ ਹੋਵੇ, ਕੀਰਤਨ ਹੋਵੇ, ਸਿਮਰਨ ਹੋਵੇ, ਉਹਦਾ ਮਰਨ ਸੁਧਿਆ ਜਾਣਿਆ ਜਾਂਦਾ ਹੈ। ਮਨੁੱਖ ਮਰ ਕਰਕੇ ਪਰਮੇਸ਼ਰ ਦੇ ਸਿਮਰਨ ਭਜਨ ਤੋਂ ਬਗੈਰ ਆਪ ਤਾਂ ਮਰ ਜਾਂਦੇ ਹੈ, ਹੋਰਨਾਂ ਦੇ ਵੀ ਮਰਨ ਨੂੰ ਵਿਗਾੜ ਜਾਂਦੇ ਹਨ। ਦੂਜੇ ਭਾਏ ਆਤਮ ਸੰਘਾਰ ਉਹ ਹੈ। ਕੀ ਕਰਦੇ, ਖੁਦਕਸ਼ੀ ਕਰਕੇ ਮਰ ਜਾਂਦੇ ਹੈ। ਕਹਿੰਦੇ ਦੁਆਇਤ ਭਾਵ ਵਿੱਚ ਕਿ ਆਤਮ ਨੇ ਆਪਣੇ ਆਪ ਨੂੰ ਸੰਘਾਰ ਲੈਂਦੇ ਹੈ। ਆਪਨ ਕਟਾਰੀ ਆਪਸ ਕੋ ਮਾਰੀ, ਮਨ ਆਪਣੇ ਕੀਨੋਂ ਫਾਟ। ਦੁਆਇਤ ਭਾਵ ਜਿਹੜੇ ਲੱਗੇ ਹੋਏ ਹੈ, ਜਿਹੜਾ ਆਦਮੀ ਆਤਮ ਘਾਤੀ ਜਗਤ ਕਸਾਈ ਮੰਨਿਆ, ਜਿਹੜਾ ਖੁਦਕਸ਼ੀ ਕਰਕੇ ਮਰ ਜੇ, ਜਿਹਾ ਜਿਹਾ ਸਾਰੀ ਦੁਨੀਆ ਨੂੰ ਮਾਰਨ ਦਾ ਪਾਪ, ਜਿਹਾ ਜਿਹਾ ਆਪ ਖੁਦਕਸ਼ੀ ਕਰਕੇ ਮਰ ਗਿਆ, ਇੰਨਾ ਪਾਪ ਹੈ ਆਤਮ ਘਾਤ ਕਰਨ ਵਾਲੇ ਆਦਮੀ ਨੂੰ, ਜਿਹੜੇ ਖੁਦਕਸ਼ੀ ਕਰਕੇ ਮਰ ਜਾਂਦੇ ਹਨਗੇ। ਸੋ ਮਹਾਰਾਜ ਸਾਹਿਬ ਫਰਮਾਉਂਦੇ ਹਨ ਦੂਜੇ ਭਾਏ ਆਤਮ ਸੰਘਾਰ ਹੈ। ਜਿਹੜਾ ਆਤਮ ਘਾਤੀ ਆਦਮੀ ਹੈ ਦੁਆਇਤ ਭਾਅ ਕਰਕੇ ਉਹ ਸਾਰੇ ਸੰਸਾਰ ਦੇ ਮਾਰਨ ਦਾ ਪਾਪ ਆਪਦੇ ਗਲ ਲੈਂਦਾ ਹੈ। ਇਹ ਆਤਮ ਖੁਦਕਸ਼ੀ ਕਰਕੇ ਜਿਹੜੇ ਮਰ ਜਾਂਦੇ ਹੈ, ਦੁਆਇਤ ਭਾਅ 'ਚ ਪਏ ਹੋਏ, ਕਿਸੇ ਨੂੰ ਗੁੱਸਾ ਖਾ ਕੇ ਫੀਮ ਖਾ ਲਈ, ਕਿਸੇ ਨੂੰ ਲੜ ਕੇ ਭਰਾ ਨਾਲ ਮਰ ਗਿਆ, ਕੋਈ ਔਰਤ ਤੋਂ ਦੁਖੀ ਹੋ ਕੇ ਮਰ ਗਿਆ, ਇਹ ਖੁਦਕਸ਼ੀ ਕਰਕੇ ਜਿਹੜੇ ਆਪਣੇ ਆਪ ਨੂੰ ਸੰਘਾਰਦੇ ਹੈ, ਉਹ ਦੁਆਇਤ ਭਾਅ ਦੇ ਵਿੱਚ ਲੱਗੇ ਹੋਏ ਹਨ। ਮੇਰਾ ਮੇਰਾ ਕਰ ਕਰ ਵਿਗੁਤਾ। ਇਹ ਮੇਰਾ ਪੁੱਤਰ ਹੈ, ਮੇਰੀ ਧੀ ਹੈ, ਮੇਰੀ ਜਾਇਦਾਦ ਹੈ, ਮੇਰਾ ਪਦਾਰਥ ਹੈ, ਇਉਂ ਕਰ ਕਰਕੇ ਮਹਾਰਾਜ ਕਹਿੰਦੇ ਬਗੁੱਤਾ ਖਰਾਬ ਹੁੰਦਾ ਹੈ। ਮੇਰਾ ਮੇਰਾ ਕਰ ਕਰ ਵਿਗੁਤਾ। ਮੇਰਾ ਪਦਾਰਥ ਹੈ, ਮੇਰਾ ਇਹ ਧਨ ਹੈ, ਮੇਰੀ ਦੌਲਤ ਹੈ, ਇਉਂ ਕਰਕੇ ਬਗੁੱਤਾ ਖਰਾਬ ਹੁੰਦਾ ਹੈ। ਆਤਮ ਨਾ ਚੀਨੈ ਭਰਮੈ ਵਿੱਚ ਸੂਤਾ। ਆਤਮ ਜੋ ਬ੍ਰਹਮ ਆਤਮਾ ਸਾਰਿਆਂ ਦਾ ਆਪਣਾ ਆ ਸਰਵ ਉਸੇ ਤਾਮਤ ਸਹਿ ਕਰਕੇ ਪ੍ਰਾਪਤ ਰੂਪ ਜੋ ਹੈ, ਤਮ ਅਗਿਆਨ ਦੇ ਹਨੇਰੇ ਤੋਂ ਆ ਰਿਹਾ ਤੇ ਜੋ ਅਗਿਆਨ ਦਾ ਵੀ ਪ੍ਰਕਾਸ਼ਕ ਹੈ, ਸਮਾਨ ਚੇਤਨ ਹੈ, ਉਸ ਆਪਣੇ ਆਪ ਨੂੰ ਨਹੀਂ ਜਾਣਦਾ, ਭਰਮ ਦੇ ਵਿੱਚ ਪੈ ਕੇ ਸੁੱਤਾ ਪਿਆ ਹੈ। ਮਰ ਮੋਇਆ ਸਭ ਦੇ ਮਰ ਜਾਏ। ਸਾਧ ਸੰਗਤ ਜੀ ਮਰਮ ਹੋਇਆ ਸਭ ਦੇ ਮਰ ਜਾਏ। ਜਿਹੜਾ ਸ਼ਬਦ ਕਰਕੇ ਜੀਵਤ ਭਾਵ ਤੋਂ ਮਰ ਜਾਵੇ ਨਾ, ਉਹਦਾ ਮਰ ਕੌਣ, ਮਾਰਨ ਵਾਲਾ ਕਾਲ ਹੀ ਮਰ ਜਾਂਦਾ, ਉਹਦਾ ਜਮ ਮਰ ਜਾਂਦਾ ਹੈ। ਜਿਹੜਾ ਸ਼ਬਦ ਕਰਕੇ ਜੀਵਤ ਭਾਵ ਤੋਂ ਮਰ ਜਾਵੇ, ਮਰਮ ਹੋਇਆ। ਜਿਹੜਾ ਸਾਰਿਆਂ ਨੂੰ ਮਾਰਨ ਵਾਲਾ ਉਹਦਾ ਮੋਇਆ ਮਰ ਗਿਆ, ਉਹ ਕਾਲ ਮਰ ਗਿਆ ਉਹਨਾਂ ਦਾ। ਜਿਹੜਾ ਸ਼ਬਦ ਕਰਕੇ ਜੀਵਤ ਭਾਵ ਤੋਂ ਮਰ ਜਾਂਦਾ ਹੈ, ਜਿਉਂਦਾ ਹੀ ਔਗੁਣਾਂ ਨੂੰ ਛੱਡ ਦੇਵੇ। ਜਿਸ ਪ੍ਰਕਾਰ ਕੋਈ ਆਦਮੀ ਸ਼ਰਾਬੀ ਸ਼ਰਾਬ ਛੱਡ ਦੇਵੇ, ਉਹਦੇ ਪਿਆਰੇ ਨਵਾਲਿਆਂ ਦੇ ਸਾਂਝੀ ਕਹਿੰਦੇ ਉਹ ਸ਼ਰਾਬ ਨਹੀਂ ਪੀਣੀ, ਕਹਿੰਦੇ ਮੈਂ ਤਾਂ ਵੀ ਛੱਡਤੀ, ਕਹਿੰਦੇ ਚੰਗਾ ਮਰ ਗਿਆ ਸਾਡੇ ਵੱਲੋਂ ਹੁਣ, ਹਾਂ ਕਿ ਮਰ ਗਿਆ ਹੀ ਮੈਨੂੰ ਸਮਝੋ। ਇਸ ਪ੍ਰਕਾਰ ਔਗੁਣ ਛੱਡਣ ਦਾ ਨਾਮ ਮਰਨਾ ਹੈ। ਸੋ ਮਹਾਰਾਜ ਸਾਹਿਬ ਕਹਿੰਦੇ ਸ਼ਬਦ ਕਰਕੇ ਜਿਹੜਾ ਔਗੁਣਾਂ ਵੱਲੋਂ ਮਰ ਜਾਵੇ, ਉਹਦਾ ਮਾਰਨ ਵਾਲਾ ਕਾਲ ਵੀ ਮਰ ਗਿਆ ਹੈ। ਮੌਤ ਜਮ ਆਦਿ ਸਭ ਨਾਸ ਹੋ ਜਾਂਦੇ ਉਹਦੇ। ਉਸਤਤ ਨਿੰਦਾ ਗੁਰ ਸਮ ਜਾਣਾਈ। ਕੋਈ ਉਸਤਤੀ ਕਰੀ ਜਾਵੇ, ਕੋਈ ਨਿੰਦਿਆ ਕਰੀ ਜਾਵੇ, ਇੱਕੋ ਜਿਹੇ ਰਹਿਣਾ। ਉਸਤਤ ਕਰਨ ਵਾਲੇ ਤੇ ਖੁਸ਼ ਨਹੀਂ ਹੋਣਾ, ਨਿੰਦਿਆ ਕਰਨ ਵਾਲੇ ਤੇ ਘਬਰਾਉਣਾ ਨਹੀਂ, ਇੱਕੋ ਜਿਹੀ ਬਿਰਤੀ ਰੱਖਣੀ ਹੈ। ਇਸ ਯੁਗ ਮਹਿ ਲਾਹਾ ਹਰ ਜਪ ਲੈ ਜਾਏ। ਕਿਉਂ ਮਹਾਰਾਜ ਦਾ ਜਾਪ ਕਰੇ, ਉਸ ਤੇ ਨਿੰਦਿਆ ਦੇ ਖਿਆਲ ਚ ਨਾ ਪਵੇ, ਅਤੇ ਹਰੀ ਦਾ ਨਾਮ ਜਪ ਕੇ ਜਗ ਚੋਂ ਲਾਹਾ ਲੈ ਕੇ ਜਾਵੇ ਮਨੁੱਖਾ ਜਨਮ ਦਾ। ਰਹਾਉ
ਨਾਮ ਵਿਹੂਣ ਗਰਭ ਗਲ ਜਿਹੜੇ ਜਾਏ। ਮਹਾਰਾਜ ਦੇ ਨਾਮ ਤੋਂ ਬਿਨਾਂ ਉਹ ਗਰਭ 'ਚ ਹੀ ਮਾਤਾ ਵਿੱਚ ਗਲ ਜਾਂਦੇ ਹਨ, ਬੱਚੇ ਛੜ ਜਾਂਦੇ ਹਨ। ਬਿਰਥਾ ਜਨਮ ਦੂਜੈ ਜਿਹੜੇ ਲੋਭਾਏ। ਦੂਜੇ ਪਾਸੇ ਲੱਗੇ ਉਹਨਾਂ ਦਾ ਜਨਮ ਇਸ ਪ੍ਰਕਾਰ ਨਿਸਫਲ ਹੈ, ਗਰਭ ਦੇ ਵਿੱਚ ਗਲ ਜਾਣ ਦੀ ਨਿਆਈ। ਨਾਮ ਵਿਹੂਣੀ ਦੁਖ ਜਲੈ ਸਵਾਈ। ਨਾਮ ਤੋਂ ਬਿਨਾਂ ਜਿਹੜੀ ਸ੍ਰਿਸ਼ਟੀ ਹੈ ਉਹ ਜੰਮਣ ਮਰਨ ਦੇ ਦੁੱਖ 'ਚ ਹੀ ਸਵਾਈ ਸਾਰੀ ਜਲ ਰਹੀ ਹੈ, ਸੜ ਰਹੀ ਹੈ। ਸਤਿਗੁਰ ਪੂਰੈ ਬੂਝ ਬੁਝਾਈ। ਇਹ ਸਿੱਖਿਆ ਵੀ ਹੋਰ ਕਿਸੇ ਨਹੀਂ ਦੱਸੀ, ਪੂਰਨ ਸਤਿਗੁਰੂ ਨਾਨਕ ਦੇਵ ਗੁਰੂ ਅੰਗਦ ਸਾਹਿਬ ਜੀ ਨੇ ਬੂਝ ਇਹ ਸਿੱਖਿਆ ਬੁਝਾਉਣਾ ਕੀਤੀ, ਸਮਝਾਉਣਾ ਕੀਤੀ ਹੈ। ਮਨ ਚੰਚਲ ਬਹੁ ਚੋਟਾਂ ਇਹ ਮਨ ਭਾਈ ਖਾਏ। ਔਗਣਾ ਕਰਕੇ ਚੰਚਲ ਰਹਿੰਦਾ ਹੈ, ਇਸ ਕਰਕੇ ਇੱਥੇ ਕਾਮ ਕ੍ਰੋਧ ਦੀਆਂ ਤੇ ਰਾਜਦੰਡ ਆਦਿਕਾਂ ਦੀਆਂ, ਅੰਤ ਨੂੰ ਜਮਾਂ ਦੀਆਂ ਬਹੁਤ ਸਾਰੀਆਂ ਦੁਨੀਆ ਦੀਆਂ ਤਰਕਾਂ ਰੂਪ ਚੋਟਾਂ, ਜਮਾਂ ਦੀਆਂ ਸੱਟਾਂ ਰੂਪ ਚੋਟਾਂ ਖਾਂਦਾ ਹੈ। ਇਥੋਂ ਛੁਟਕਿਆ ਠੌਰ ਨਾ ਇਹ ਪਾਏ। ਮਨੁੱਖਾ ਜਨਾਂ ਨੂੰ ਮਿਲਿਆ ਸੀ, ਵਾਹਿਗੁਰੂ ਨੇ ਆਪ ਦੇ ਮਿਲਣ ਵਾਸਤੇ ਦਿੱਤਾ ਸੀ। ਇਸ ਮਨੁੱਖਾ ਜਨ ਤੋਂ ਛੁੱਟ ਗਿਆ, ਇਹ ਮਨੁੱਖਾ ਜਨ ਗੁਜ਼ਰ ਗਿਆ, ਫਿਰ ਇਹਨੂੰ ਥਾਂ ਨਹੀਂ, ਮਨੁੱਖਾ ਦੇ ਫੇਰ ਨਹੀਂ ਮਿਲਣੀ। 84 ਲੱਖ ਜੂਨ 'ਚ ਭਰਦਾ ਫਿਰੂ, ਦਰਗਾਹ ਵਿੱਚ ਇਹਨੂੰ ਥਾਂ ਨਹੀਂ ਠਹਿਰਨ ਨੂੰ ਮਿਲੇਗਾ। ਗਰਭ ਜੂਨ ਵਿਸ਼ਟਾ ਕਾ ਹੋਰ ਵਾਸ। ਕੀ ਦਸੀਏ, ਮਾਤਾ ਦੇ ਗਰਭ ਜੂਨੀ ਦੁਆਰਾ ਪਵੇਗਾ, ਵਿਸ਼ਟਾ ਵਿੱਚ ਵਾਸਾ ਹੋਵੇਗਾ ਇਸ ਦਾ। ਜਿਤ ਘਰ ਮਨਮੁਖ ਕਰੇ ਮਨੁੱਖ ਨਿਵਾਸ। ਇਹ ਘਰਾਂ ਵਿੱਚ ਜੂਨਾਂ ਵਿੱਚ ਭਰਦਾ ਫਿਰਦਾ ਰਹਿੰਦਾ ਹੈ। ਮਾਤਾ ਦੇ ਗਰਭ ਦੀ ਜੂਨ ਚੋਂ ਨਿਕਲ ਕੇ ਇੱਥੇ ਵਿਸ਼ਾ ਰੂਪੀ ਵਿਸ਼ਟਾ 'ਚ ਵਾਸਾ ਹੈ ਤੇ ਨਰਕ ਰੂਪੀ ਵਿਸ਼ਟਾ 'ਚ ਵਾਸਾ ਹੋਵੇਗਾ। ਇਹ ਹੈ ਜਿਹੜਾ ਮਨਮੁਖ ਦਾ ਨਰਕ ਵਿੱਚ ਕਿਰਤ ਘਣਾ ਕਾ ਥਾਨ। ਸੋ ਇਹੋ ਜਿਹੇ ਥਾਂ ਦੇ ਵਿੱਚ ਮਨੁੱਖਾਂ ਦਾ ਨਿਵਾਸ ਹੁੰਦਾ ਹੈ। ਆਪਣੇ ਸਤਿਗੁਰ ਕੋ ਸਦਾ ਬਲ ਅਸੀਂ ਜਾਈ। ਤਾਂ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਤੋਂ ਸੈਂਕੜੇ ਵਾਰੀ ਬਲਿਹਾਰ ਜਾਂਦੇ ਹਾਂ। ਗੁਰਮੁਖ ਜੋਤੀ ਜੋਤ ਮਿਲਾਈ। ਜਿਨ੍ਹਾਂ ਸਤਿਗੁਰਾਂ ਨੂੰ ਗੁਰਮੁਖਾਂ ਨੂੰ ਜੋਤੀ ਸਰੂਪ ਦੇ ਵਿੱਚ ਆਪਦੀ ਜੋਤ ਵਿੱਚ ਜੋਤੀ ਜੋ ਅਦਵੈਤ ਆਨੰਦ ਰੂਪ ਹੈ, ਜੋਤ ਪਰਤਕ ਜੋਤ ਜਿਹੜੀ ਹੈ ਗੁਰਮੁਖਾਂ ਦੀ, ਉਸ ਵਾਹਿਗੁਰੂ 'ਚ ਮਿਲਾਤੀ ਹੈ। ਨਿਰਮਲ ਬਾਣੀ ਨਿਜ ਘਰ ਵਾਸਾ। ਉਜਲ ਅੰਮ੍ਰਿਤ ਰੂਪ ਬਾਣੀ ਦੁਆਰਾ ਨੇ ਸਰੂਪ ਰੂਪੀ ਘਰ 'ਚ ਸੱਚ ਸਰੂਪ ਵਿੱਚ ਵਾਸਾ ਹੁੰਦਾ ਹੈ। ਨਾਨਕ ਹਉ ਮੈਂ ਮਾਰੇ ਸਦਾ ਉਦਾਸਾ। ਜਿਹੜਾ ਮਹਾਰਾਜ ਸਾਹਿਬ ਕਹਿੰਦੇ ਦੇਹ ਦੀ ਹਉਮੈ ਨੂੰ ਮਾਰ ਲਵੇ, ਉਹ ਸਦਾ ਉਦਾਸ ਰਹਿੰਦਾ ਹੈ। ਜਿੱਥੇ ਵੀ ਉਹ ਪ੍ਰਾਮ ਹੀ ਹੈ, ਉਹ ਬੰਧਨਾਂ 'ਚ ਨਹੀਂ ਹੈ, ਮਹਾਰਾਜ ਕਹਿੰਦੇ ਹਨ। ਆਸਾ ਮਹੱਲਾ ਤੀਜਾ। ਲਾਲੈ ਆਪਣੀ ਜਾਤ ਗਵਾਈ। ਸੱਚੇ ਪਾਤਸ਼ਾਹ ਸੇਵਕ ਕਿਹਾ ਜਾ ਹੋ ਸਕਦਾ ਹੈ ਤਾਂ ਸਤਿਗੁਰੂ ਜੀ ਫਰਮਾਉਂਦੇ ਹਨ, ਲਾਲੈ ਆਪਣੀ ਜਾਤ ਇਹ ਭਾਈ ਗਵਾਈ। ਲਾਲਾ ਨਾਮ ਦਾਸ ਦਾ ਹੁੰਦਾ ਹੈ। ਦਾਸ ਸੇਵਕ ਉਹ ਹੈ ਮਹਾਰਾਜ ਦਾ ਜਿਸ ਨੇ ਆਪਣੀ ਜਾਤ ਦਾ ਮਾਣ ਗਵਾਤਾ ਹੈ। ਉਹ ਸੱਚੇ ਪਾਤਸ਼ਾਹ ਦੇ ਲਾਲੇ ਬੋਲੇ ਹੈ, ਦਾਸਾਂ ਦੇ ਦਾਸ ਹਨ ਉਹ। ਤਨ ਮਨ ਲਾਲਾ ਪਿਆਰੇ ਬੋਲੇ ਹਨ ਉਹ ਮਹਾਰਾਜ ਦੇ, ਜਿਨ੍ਹਾਂ ਜਾਤੀ ਮਾਨ ਆਪਣਾ ਗਵਾ ਦਿੱਤਾ ਹੈ। ਤਨ ਮਨ ਅਰਪੇ ਸਤਿਗੁਰ ਸਰਣਾਈ। ਤਨ ਤੇ ਮਨ ਨੂੰ ਗੁਰੂ ਸਾਹਿਬ ਦੀ ਸ਼ਰਨ ਵਿੱਚ ਜਿਨ੍ਹਾਂ ਨੇ ਅਰਪਤਾ ਲਾ ਦਿੱਤਾ ਹੈ। ਹਿਰਦੈ ਨਾਮ ਵੱਡੀ ਵਡਿਆਈ। ਜਿਨ੍ਹਾਂ ਦੇ ਹਿਰਦੇ 'ਚ ਨਾਮ ਵਸ ਗਿਆ, ਇਹ ਬਹੁਤ ਵੱਡੀ ਵਡਿਆਈ ਉਹਨਾਂ ਦੀ। ਮਹਾਰਾਜ ਨੇ ਕਿਹਾ ਉਹ ਸਭ ਤੇ ਉੱਚਾ ਸਭ ਤੇ ਸੂਚਾ, ਜਾਂ ਕੇ ਹਿਰਦੇ ਵਸਿਆ ਹਰ ਪੁਰਖ ਭਗਵਾਨ। ਉਸ ਦੇ ਬਰਾਬਰ ਮਹਾਰਾਜ ਸਾਹਿਬ ਜੀ ਨੇ ਕਿਹਾ, ਪੰਡਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਈ। ਪੰਡਤ ਕੋਈ ਕਿੱਡਾ ਵਿਦਵਾਨ ਹੋਵੇ, ਕੋਈ ਸੂਰਮਾ ਕਿੱਡਾ ਬਹਾਦਰ ਹੋਵੇ, ਛਤਰਪਤ ਚੱਕਰਵਰਤੀ ਪਾਤਸ਼ਾਹ ਹੋਵੇ, ਵਾਹਿਗੁਰੂ ਦੇ ਭਗਤ ਦੇ ਬਰਾਬਰ ਕੋਈ ਵੀ ਨਹੀਂ ਹੋ ਸਕਦਾ। ਇਸ ਕਰਕੇ ਹਿਰਦੇ 'ਚ ਨਾਮ ਵਸਣੇ ਕਰਕੇ ਬਹੁਤ ਵੱਡੀ ਵਡਿਆਈ ਉਹਨਾਂ ਦੀ ਹੋ ਗਈ ਹੈ। ਸਦਾ ਪ੍ਰੀਤਮ ਪ੍ਰਭ ਹੋਏ ਸਖਾਈ। ਸਦਾ ਉਹ ਪ੍ਰੀਤਮ ਵਾਹਿਗੁਰੂ ਹੈ, ਜਿਨ੍ਹਾਂ ਨੂੰ ਸਦਾ ਪ੍ਰੀਤਮ ਪਿਆਰੇ ਸਤਿਗੁਰੂ ਹੈ, ਉਹਨਾਂ ਦੇ ਤਾਈਂ ਪ੍ਰਭ ਹੋਏ ਸਖਾਈ। ਮਹਾਰਾਜ ਸਾਹਿਬ ਉਹਨਾਂ ਦੇ ਸਖਾ ਮਿੱਤਰ ਹੁੰਦੇ, ਸਹਾਇਕ ਹੁੰਦੇ ਲੋਕ ਪਰਲੋਕ ਵਿੱਚ। ਸੋ ਲਾਲਾ ਜੀਵਤ ਮਰੈ। ਉਹ ਭਾਈ ਲਾਲਾ ਸੇਵਕ ਹੈ ਮਹਾਰਾਜ ਦਾ, ਜੀਵਤ ਭਾਵ ਤੋਂ ਮਰਦਾ ਹੈ। ਸੋਗ ਹਰਖ ਦੋਏ ਸਮ ਕਰ ਜਾਣੈ। ਜੇ ਪਦਾਰਥ ਵਿਛੜ ਜੇ ਸੋਗ ਨਾ ਕਰੇ, ਜੇ ਪਦਾਰਥ ਆ ਜੇ ਖੁਸ਼ ਨਾ ਹੋਵੇ, ਦੋਹਾਂ 'ਚ ਸਮਾਨ ਬਿਰਤੀ ਕਰਕੇ ਜਿਹੜਾ ਜਾਣੇ। ਗੁਰ ਪ੍ਰਸਾਦੀ ਸ਼ਬਦ ਉਹ ਉਧਰੈ। ਗੁਰਾਂ ਦੀ ਕਿਰਪਾ ਕਰਕੇ ਸ਼ਬਦ ਦੇ ਕਮਾਈ ਕਰਕੇ ਉਹ ਉਧਰ ਜਾਂਦਾ, ਸੰਸਾਰ ਤੋਂ ਮੁਕਤ ਹੋ ਜਾਂਦਾ ਹੈ। ਰਹਾਉ ਕਰਨੀ ਕਾਰ ਧੁਰਹੁ ਫੁਰਮਾਈ। ਇਹ ਭਗਤੀ ਦੀ ਜਿਹੜੀ ਕਾਰ ਕਮਾਉਣੀ ਹੈ, ਧੁਰੋਂ ਆਪ ਤੋਂ ਹੀ ਪਰਮੇਸ਼ਰ ਨੇ ਇਹ ਆਗਿਆ ਕੀਤੀ, ਫਰਮਾਉਣਾ ਕੀਤੀ ਹੈ। ਬਿਨ ਸ਼ਬਦੈ ਕੋ ਥਾਇ ਨਾ ਪਾਈ। ਜਿਹੜਾ ਸ਼ਬਦ ਦੀ ਕਮਾਈ ਨਹੀਂ ਨਾ ਕਰੇਗਾ, ਕੋਈ ਸੱਚਖੰਡ 'ਚ ਥਾਂ ਨਹੀਂ ਪਾਵੇਗਾ।
ਅਤੇ ਸਤ ਸਰੂਪ ਰੂਪੀ ਥਾਂ ਨੂੰ, ਤੁਰਿਆ ਪਦ ਰੂਪੀ ਥਾਂ ਨੂੰ ਵੀ ਸ਼ਬਦ ਗੁਰਾਂ ਦੇ ਦੀ ਕਮਾਈ ਕਰੀ ਤੋਂ ਬਗੈਰ ਨਹੀਂ ਕੋਈ ਵੀ ਪਾ ਸਕੇਗਾ। ਕਰਨੀ ਕੀਰਤ ਨਾਮ ਵਸਾਈ। ਇਹ ਭਾਈ ਕੀਰਤਨ ਭਗਤੀ ਜਿਹੜੀ ਕਰਨੀ ਹੈ ਨਾ, ਵਾਹਿਗੁਰੂ ਦਾ ਜਸ ਕਰਨਾ ਹੈ, ਇਹ ਕਮਾਈ ਕਰੇ, ਕਰਨੀ ਭਗਤੀ ਕਰੇ, ਪਰਮੇਸ਼ਰ ਦਾ ਕੀਰਤਨ ਕਰੇ, ਨਾਮ ਨੂੰ ਮਨ 'ਚ ਵਸਾਉਣਾ ਕਰੇ, ਇਹ ਆਗਿਆ ਹੈ। ਇਸ ਸ਼ਬਦ ਨੂੰ ਮਨ 'ਚ ਵਸਾਵੇ ਤਾਂ ਟਿਕਾ ਹੁੰਦਾ ਹੈ। ਆਪੇ ਦੇਵੈ ਢਿੱਲ ਨਾ ਪਾਈ। ਆਪ ਹੀ ਜਿਨ੍ਹਾਂ ਨੂੰ ਮਹਾਰਾਜ ਨਾਮ ਦੀ ਦਾਤ ਦੇ ਦਿੰਦਾ ਹੈ, ਉਹਨੂੰ ਪ੍ਰਾਪਤ ਹੋਣ ਵੇਲੇ ਢਿੱਲ ਨਹੀਂ ਪੈਂਦੀ, ਝੱਟ ਪ੍ਰਾਪਤ ਹੋ ਜਾਂਦੀ ਹੈ ਮੁਕਤੀ ਆਦਿ ਗੁਣ ਵੀ। ਮਨਮੁਖ ਭਰਮ ਭੁੱਲੈ ਸੰਸਾਰ। ਜਿਹੜੇ ਮਨਮੁਖ ਲੋਕ ਆ ਉਹ ਸੰਸਾਰ ਦੇ ਪਦਾਰਥਾਂ ਦੇ ਵਿੱਚ ਭਰਮ 'ਚ ਭੁੱਲੇ ਆ, ਸੱਚੇ ਮੰਨ ਕੇ। ਬਿਨ ਰਾਸੀ ਕੂੜਾ ਕਰੇ ਵਾਪਾਰ। ਉਹਨਾਂ ਦੇ ਕੋਲੇ ਸਰਦਾ ਰੂਪੀ ਰਾਸ ਪੂੰਜੀ ਨਹੀਂ ਹੈ। ਸਰਦਾ ਤੋਂ ਹੀਣੇ ਲੋਕ ਝੂਠਾ ਵਪਾਰ ਕਰਦੇ ਆ, ਉਹ ਦੇਵੀ ਦੇਵਤਿਆਂ ਦੀ ਉਪਾਸਨਾ ਕਰਦੇ ਰਹਿੰਦੇ ਹਨਗੇ। ਬਿਨ ਰਾਸੀ ਵਖਰ ਪੱਲੇ ਨਾ ਜਿਨ੍ਹਾਂ ਪਾਏ। ਕੋਲ ਸਰਦਾ ਰੂਪੀ ਰਾਸ ਹੈ ਨਹੀਂ, ਉਹਨੂੰ ਵਖਰ ਲਾਭਦਾਇਕ ਪਰਮੇਸ਼ਰ ਦਾ ਨਾਮ ਹਿਰਦੇ ਰੂਪੀ ਪੱਲੇ 'ਚ ਨਹੀਂ ਕਿਤੋਂ ਵੀ ਪ੍ਰਾਪਤ ਹੋ ਸਕਦਾ। ਮਨਮੁਖ ਭੁੱਲਾ ਜਨਮ ਗਵਾਏ। ਜਿਹੜੇ ਮਨਮੁਖ ਲੋਕ ਹੈ ਆਪਣੇ ਜਨਮ ਨੂੰ ਵਿਸ਼ਿਆਂ 'ਚ ਗਵਾ ਲਿਆ ਹੈ ਤੇ ਵਾਹਿਗੁਰੂ ਵੱਲੋਂ ਭੁੱਲ ਚੁੱਕੇ ਹਨ ਅਗਿਆਨ ਹੋਣੇ ਤੇ। ਸਤਿਗੁਰ ਸੇਵੇ ਸੋ ਲਾਲਾ ਹੋਏ। ਮਹਾਰਾਜ ਤੋਂ ਭੁੱਲਣੇ ਕਰਕੇ ਸਾਰਾ ਜਨਮ ਗਵਾ ਲਿਆ। ਜਿਹੜਾ ਸਤਿਗੁਰੂ ਸਾਹਿਬ ਦਾ ਸੇਵਨ ਕਰਦਾ ਉਹ ਲਾਲਾ ਸੇਵਕ ਹੁੰਦਾ ਹੈ। ਊਤਮ ਜਾਤੀ ਊਤਮ ਸੋ। ਉਹਦੀ ਸਾਰਿਆਂ ਚੋਂ ਜਾਤੀ ਉੱਤਮ ਅਚੁੱਤ ਕੁਲ ਵਾਲਾ ਹੈ ਤੇ ਉੱਤਮ ਉਹਦੀ ਸੋਭਾ ਹੈ ਲੋਕ ਪਰਲੋਕ ਵਿੱਚ। ਗੁਰ ਪੌੜੀ ਸਭ ਤੋਂ ਉੱਚਾ ਹੋ। ਗੁਰੂ ਸਾਹਿਬ ਦੀ ਜਿਹੜੀ ਪੌੜੀ ਹੈ ਨਾ ਭਗਤੀ ਦੀ, ਜਿਹੜਾ ਇਸ ਚੜ੍ਹਦਾ ਹੈ ਉਹ ਸਭ ਤੋਂ ਉੱਚਾ ਹੋ ਜਾਂਦਾ ਹੈ। ਨਾਨਕ ਨਾਮ ਵਡਾਈ ਹੋ। ਸਤਿਗੁਰੂ ਜੀ ਕਹਿੰਦੇ ਹਨ ਨਾਮ ਕਰਕੇ ਵਡਿਆਈ ਪ੍ਰਾਪਤ ਹੁੰਦੀ ਉਸ ਪਿਆਰੇ ਦੇ। ਤਾਂ ਹੀ ਉਹ ਜਾਣਦੇ ਕਿ ਨਾਮ ਦੀ ਵਡਿਆਈ ਹੈ, ਆਪ ਨਹੀਂ ਕੁਝ ਬਣਦੇ ਹੰਕਾਰ ਨਾਲ।